Hello students, welcome to my YouTube channel The Quest Maths for All by Toor Sir. This is Dr. RPS Toor and today we shall be starting with our 12th class chapter with second chapter as inverse trigonometric functions. ਔਰ ਇਸ ਚੈਪਟਰ ਦੇ ਵਿੱਚ ਤੁਹਾਨੂੰ ਜੋ ਤੁਸੀਂ +1 ਕਲਾਸ ਦੇ ਵਿੱਚ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਕੀਤੇ ਸੀਗੇ ਉਹ ਚੈਪਟਰ ਯੂਜ਼ ਹੋਣ ਵਾਲਾ ਹੈ। ਉਹਨਾਂ ਦੀ ਡੋਮੇਨ ਐਂਡ ਰੇਂਜਸ ਔਰ ਆਪਾਂ ਉਹਨਾਂ ਦੇ ਕੁਐਸਚਨਸ ਨੂੰ ਕਿਵੇਂ ਸੋਲਵ ਕੀਤਾ ਸੀਗਾ ਉਹ ਤੁਸੀਂ ਡੈਫੀਨਿਟਲੀ ਉਸ ਚੈਪਟਰ ਦੇ ਇੱਕ ਵਾਰੀ ਗੋ ਥਰੂ ਹੋ ਜਾਓ ਤਾਂ ਕਿ ਤੁਹਾਨੂੰ ਇਹ ਚੈਪਟਰ ਜਿਹੜਾ ਹੈਗਾ ਉਹ ਈਜ਼ੀਲੀ ਸਮਝ ਆ ਜਾਏ। ਔਰ ਉਹਦੇ ਲਈ ਮੈਂ ਤੁਹਾਨੂੰ ਰਿਕਮੈਂਡ ਕਰਾਂਗਾ ਕਿ ਮੇਰੀ ਜਿਹੜੀ 12th ਕਲਾਸ ਦਾ ਜਿਹੜਾ 11th ਕਲਾਸ ਦਾ ਜਿਹੜਾ ਮੇਰਾ ਵੀਡੀਓ ਹੈ ਇਹਦੇ ਬਾਰੇ ट्रिग्नोमेट्रिक फंक्शन का जो मेरा चैप्टर मैं कवर अप किया है उन्होंने तुसीं एक बार गो थ्रू होवोगे तो तुहानूं इस चैप्टर नूं बड़े ईजिली समझण दे विच हेल्प मिलेगी। सो लेट्स बिगिन विद दिस चैप्टर और इस चैप्टर नूं करन तो पहला लेट्स सी व्हाट वी हैव ऑलरेडी लर्नड इन आवर 11th क्लास इन द ट्रिग्नोमेट्रिक फंक्शंस चैप्टर। कुछ आपां रिकॉल करदे हां कि की सिੱਖਿਆ ਸੀਗਾ 11th क्लास ਦੇ ਵਿੱਚ ਉਹਦੇ ਵਿੱਚ ਜਿਹੜੇ 6 ਟ੍ਰਿਗਨੋਮੈਟ੍ਰਿਕ ਆਪਣੇ ਕੋਲ ਫੰਕਸ਼ਨਸ ਹੈਗੇ ਨੇ ਸਾਈਨ ਕੋਸਾਈਨ ਟੈਂਜੈਂਟ ਕੋਟੈਂਜੈਂਟ ਸੀਕੈਂਟ ਔਰ ਕੋਸੀਕੈਂਟ। ਇਹ ਆਪਾਂ 11th ਕਲਾਸ ਵਿੱਚ ਇਹ ਸਿੱਖਿਆ ਸੀਗਾ ਕਿ ਇਹ ਫੰਕਸ਼ਨਸ 1 1 ਤੇ ਔਨ ਟੂ ਨਹੀਂ ਹੁੰਦੇ, ਠੀਕ ਹੈ, ਦਿੱਤੀ ਹੋਈ ਡੋਮੇਨ ਔਰ ਰੇਂਜ ਦੇ ਵਿੱਚ। ਜੋ ਇਹਨਾਂ ਦੀ ਡੋਮੇਨ ਔਰ ਰੇਂਜ ਹੈਗੀ ਹੈ ਜਿਵੇਂ ਕਿ ਅਗਰ ਆਪਾਂ ਸਾਈਨ ਫੰਕਸ਼ਨ ਦੀ ਗੱਲ ਕਰੀਏ ਤਾਂ ਸਾਈਨ ਫੰਕਸ਼ਨ ਦੀ ਰੇਂਜ ਜਿਹੜੀ ਹੈ ਉਹ ਸੈਟ ਆਫ ਰੀਅਲ ਨੰਬਰਸ ਹੈ ਔਰ ਰੇਂਜ ਜਿਹੜੀ ਹੈ ਦੈਟ ਇਜ਼ ਦਾ ਇੰਟਰਵਲ -1 to 1 ਯਾਨੀ ਕਿ ਜਿਹੜੀ ਇਹਦੀ ਵੈਲਿਊਜ਼ ਆਣਗੀਆਂ ਆਫਟਰ ਯੂਜ਼ਿੰਗ ਦਿਸ ਡੋਮੇਨ ਦੈਟ ਲਾਈਜ਼ ਬਿਟਵੀਨ -1 and 1 ਇਨਕਲੂਡਿੰਗ -1 and 1। ਓਕੇ, ਕੋਸਾਈਨ ਦੀ ਵੀ ਸੇਮ ਰੇਂਜ ਔਰ ਡੋਮੇਨ ਔਰ ਰੇਂਜ ਹੈ। ਟੈਂਜੈਂਟ ਦੀ ਜਿਹੜੀ ਰੇਂਜ ਹੈਗੀ ਹੈ ਦੈਟ ਇਜ਼ ਸੈਟ ਆਫ ਰੀਅਲ ਨੰਬਰਸ ਮਾਈਨਸ including the odd multiples of pi, all integral odd multiples, n is an integer ਤਾਂ ਪਲੱਸ ਮਾਈਨਸ ਜਿਹੜੇ ਵੀ ਹੋਣਗੇ ਲੇਕਿਨ odd multiples ਹੋਣੇ ਚਾਹੀਦੇ ਨੇ pi/2 ਦੇ। ਉਹ ਆਪਾਂ ਸੈਟ ਆਫ ਰੀਅਲ ਨੰਬਰਸ ਦੇ ਵਿੱਚ ਮਾਈਨਸ ਕਰ ਦਿੱਤੇ। ਉਹ ਉਹਦੀ ਡੋਮੇਨ ਹੈ ਤੇ ਰੇਂਜ ਕੀ ਸੀਗੀ ਸੈਟ ਆਫ ਰੀਅਲ ਨੰਬਰਸ all। ਕੋਟੈਂਜੈਂਟ ਦੀ ਵੀ ਦੇਖੋ ਕੀ ਹੈ ਸੈਟ ਆਫ ਰੀਅਲ ਨੰਬਰ ਦੇ ਵਿੱਚ all integral multiples of pi ਆਪਾਂ ਮਾਈਨਸ ਕਰ ਦਿੱਤੇ ਔਰ ਰੇਂਜ ਜਿਹੜੀ ਹੈ ਉਹ ਸੈਟ ਆਫ all real numbers। ਇਹ ਮੈਂ ਤੁਹਾਨੂੰ 11th ਕਲਾਸ ਦਾ ਕੁਝ ਰਿਕਾਲ ਕਰਵਾ ਰਿਹਾ। ਸੀਕੈਂਟ ਦੇ ਵਿੱਚ ਸੈਟ ਆਫ ਰੀਅਲ ਨੰਬਰਸ ਦੇ ਵਿੱਚ odd multiples of pi/2 ਹੈ ਉਹ ਮਾਈਨਸ ਕਰਤੇ ਸੈਟ ਆਫ ਰੀਅਲ ਨੰਬਰਸ ਵਿੱਚੋਂ, ਉਹ ਉਹਦੀ ਡੋਮੇਨ ਹੋ ਗਈ। ਤੇ ਜਿਹੜੀ ਰੇਂਜ ਹੈਗੀ ਹੈ ਰੇਂਜ ਦੇ ਜਿਹੜੀ ਰੇਂਜ ਆਏਗੀ ਉਹਦੇ ਵਿੱਚੋਂ ਆਪਾਂ ਇਹ ਓਪਨ ਇੰਟਰਵਲ ਮਾਈਨਸ ਕਰ ਦਿੱਤਾ ਜਿਹਦੇ ਵਿੱਚ -1 ਔਰ 1 ਦੇ ਵਿੱਚ ਸਾਰੇ ਜਿਹੜੇ ਨੰਬਰਸ ਨੇ ਉਹ ਨੰਬਰਸ ਨੂੰ ਆਪਾਂ ਰੀਅਲ ਨੰਬਰ ਦੇ ਸੈੱਟ ਵਿੱਚੋਂ ਮਾਈਨਸ ਕਰ ਦਿੱਤਾ। ਕੋਸੀਕੈਂਟ ਦੇ ਵਿੱਚ ਜਿਹੜੀ ਰੇਂਜ ਹੈਗੀ ਹੈ ਉਹ ਆਲ ਇੰਟੀਗਰਲ ਮਲਟੀਪਲਸ ਆਫ ਪਾਈ ਸੈਟ ਆਫ ਰੀਅਲ ਨੰਬਰਸ ਵਿੱਚੋਂ ਮਾਈਨਸ ਕਰ ਦਿੱਤੇ ਗਏ ਨੇ ਔਰ ਜਿਹੜੀ ਰੇਂਜ ਆਏਗੀ ਦੈਟ ਇਜ਼ ਅ ਸੈਟ ਆਫ ਰੀਅਲ ਨੰਬਰਸ minus the open interval the numbers lies between -1 and 1। okay, ਤਾਂ ਜਿਹੜੀ ਮੈਂ ਤੁਹਾਨੂੰ ਰੇਂਜ ਔਰ ਡੋਮੇਨ ਦੱਸੀ ਹੈ ਇਹਨਾਂ 6 ਫੰਕਸ਼ਨਸ ਦੀ ਇਹ ਆਪਾਂ +1 ਦੇ ਵਿੱਚ 11th ਕਲਾਸ ਦੇ ਵਿੱਚ ਟ੍ਰਿਗਨੋਮੈਟ੍ਰਿਕ ਚੈਪਟਰ ਦੇ ਵਿੱਚ ਪੜ੍ਹ ਚੁੱਕੇ ਹਾਂ। ਮੈਂ ਤੁਹਾਨੂੰ ਰਿਕਾਲ ਕਰਵਾ ਰਿਹਾ ਹਾਂ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਧਿਆਨ ਨਾਲ ਅਗਰ ਇਹਨੂੰ ਤੁਸੀਂ ਅੱਛੀ ਤਰ੍ਹਾਂ ਸਮਝਣਾ ਚਾਹੁੰਦੇ ਹੋ ਤਾਂ ਡੈਫੀਨਿਟਲੀ ਮੇਰਾ ਜਿਹੜਾ 11th ਕਲਾਸ ਦਾ ਜੋ ਲੈਕਚਰ ਹੈ ਉਹਨੂੰ ਤੁਸੀਂ ਜ਼ਰੂਰ ਧਿਆਨ ਨਾਲ ਇੱਕ ਵਾਰੀ ਸਮਝੋ, ਠੀਕ ਹੈ। ਵੈਸੇ ਤੁਹਾਨੂੰ ਇਸ ਚੈਪਟਰ ਦੀ ਰਿਕਾਲ ਕਰਵਾ ਰਿਹਾ ਤੇ ਇਹ ਸਾਰੇ ਦੇ ਸਾਰੇ ਫੰਕਸ਼ਨਸ ਜਿਹੜੇ ਹੈਗੇ ਨੇ ਇਹ ਆਪਣੀ ਡੋਮੇਨ ਔਰ ਰੇਂਜ ਦੇ ਵਿੱਚ 1 1 ਔਨ 2 ਨਹੀਂ ਹੈਗੇ। ਹੁਣ ਫਿਰ ਕਰਿਆ ਕੀ ਜਾਵੇ? ਦੇਖੋ, ਅਗਰ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੂੰ ਐਗਜ਼ਿਸਟ ਕਰਨਾ ਹੈ ਤਾਂ ਆਪਾਂ ਇਹਨਾਂ ਦੀਆਂ ਡੋਮੇਨ ਔਰ ਰੇਂਜ ਨੂੰ ਕੁਝ ਪੁਆਇੰਟਸ ਦੇ ਉੱਪਰ ਕੁਝ ਵੈਲਿਊਜ਼ ਦੇ ਉੱਪਰ ਆਪਾਂ ਰਿਸਟ੍ਰਿਕਟ ਕਰਾਂਗੇ। ਰਿਸਟ੍ਰਿਕਟ ਦਾ ਮਤਲਬ ਹੈ ਸੈਟ ਆਫ ਰੀਅਲ ਨੰਬਰ ਹੋਲ ਨਹੀਂ ਲਵਾਂਗੇ। ਡੋਮੇਨ ਤੇ ਰੇਂਜਸ ਨੂੰ ਕਿਸੇ ਨਾ ਕਿਸੇ ਪੁਆਇੰਟਸ ਦੇ ਉੱਪਰ ਆਪਾਂ ਰਿਸਟ੍ਰਿਕਟ ਕਰਾਂਗੇ ਤਾਂ ਕਿ ਆਉਣ ਵਾਲੇ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਜਿਹੜੇ ਨੇ ਉਹ 1 1 ਤੇ ਔਨ 2 ਬਣ ਜਾਣ। +2 ਕਲਾਸ ਦੇ ਵਿੱਚ 1 1 ਤੇ ਔਨ 2 ਫੰਕਸ਼ਨਸ ਉਹ ਬਣ ਜਾਣ ਤੇ ਉਹ ਐਗਜ਼ਿਸਟ ਕਰ ਸਕਣ ਕਿ ਉਹ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੋ ਜਾਣ, ਰਾਈਟ। ਉਹ ਇਨਵਰਸ so that our inverse trigonometric functions may exist by restricting the domain and range of the
ओरिजिनल फंक्शंस जो आप 11th क्लास में पढ़े सी। हुण अगर मैं तुहानूं फिर इत्थे आपां जे ग्राफ के उपर आइए, देखो इन्हां दे 6 ਦੇ 6 ग्राफ हैगे ने, वो मैं तुहानूं दस्सांगा भी, नो डाउट उन्होंने आप रैफर भी करांगे, मैं दस्सिया भी होया अपनी वीडियो के विच। लेकिन अगर मैं एक नूं अगर तुहानूं समझावां इत्थे कि ये 1 1 ऑन टू क्यों नहीं है, अगर आप इन्हों ग्राफिकली समझिए और आप साइन के ग्राफ नूं अगर बनाइए तो देखो की आता है। मैं तुहानूं इत्थे बना के दिखा दिंदा, कोई गल नहीं है। देखो साइन फंक्शन की जिहड़ी रेंज है वो की है -1 और 1 है। रेंज का मतलब है जो y के पॉइंट्स आएंगे, राइट, बिकॉज हियर वी हैव द फंक्शन एज y इज इक्वल टू sin x। द x के जिहड़े पॉइंट्स ने वो कित्थों बिलोंग कर रहे हैं, सेट ऑफ रियल नंबर्स ते, और जिहड़े y के पॉइंट्स आएंगे वो इन्हां दे विच बिलोंग करनगे। ओके, तो इत्थे -1 और 1 दे विच पॉइंट्स आएंगे अपने कोल, दैट आर द रेंज पॉइंट्स। ओके, और जिहड़े डोमेन पॉइंट्स ने वो हैगे ने सेट ऑफ रियल नंबर्स। तो आपां की कर रहे हैं, आपां सेट x एक्सिस दे ऊपर जो साइन फंक्शन ਨੂੰ ਸੈਟੀਸਫਾਈ ਕਰਦੇ ਹੋਣ ਉਹ ਆਪਾਂ ਸਾਰੇ ਪੁਆਇੰਟਸ ਲੈ ਰਹੇ ਹਾਂ, लेकिन इंक्लूडिंग द आवर रेडियन वैल्यूज ऑफ पाई मींस 180 डिग्री। ओके, ये आप +1 ਚ ਸਿੱਖ ਚੁੱਕੇ ਹਾਂ। ਤਾਂ ਹੁਣ ਅਗਰ ਆਪਾਂ ਇਹਦਾ ਗ੍ਰਾਫ ਬਣਾਉਣਾ ਚਾਹੀਏ ਤਾਂ ਇੱਥੇ ਆ 0 ਹੈ, sin 0 ਆਪਾਂ ਨੂੰ ਪਤਾ ਹੈ 0 ਹੁੰਦਾ ਹੈ, ਤਾਂ sin 0 ਦੀ ਵੈਲਿਊ 0 ਆ ਜਾਏਗੀ। sin ਜੇ ਮੈਂ π/2 ਲੈਣਾ, sin π/2 ਦੀ ਵੈਲਿਊ ਕਿੰਨੀ ਆਏਗੀ 1, ਤਾਂ ਆ ਹੋਗੀ y ਦੀ ਵੈਲਿਊ। sin पाई कितना आएगा, दैट इज 0। sin 3π/2 कितना आएगा, देखो sin 3π/2 ਕੱਢਣਾ ਹੈ ਤਾਂ ਆਪਾਂ +1 ਚ ਕੀ ਸਿੱਖਿਆ ਸੀਗਾ ਕਿ ਇਹਨੂੰ ਆਪਾਂ ਐ ਕਰ ਸਕਦੇ ਹਾਂ π + π/2। ਓਕੇ, ਕਿਉਂਕਿ π/2 ਹੀ ਇੰਟਰਵਲ ਲੈ ਰਹੇ ਹਾਂ ਆਪਾਂ, π/2 ਦੇ ਵਿੱਚ π/2 ਜੋੜਿਆ ਤਾਂ ਪਾਈ ਆ ਗਿਆ, ਪਾਈ ਦੇ ਵਿੱਚ 3π/2 ਜੋੜਾਂਗੇ ਤਾਂ 3π/2 ਆ ਜਾਏਗਾ, ਫਿਰ π/2 ਜੋੜਾਂਗੇ 2π, फिर π/2 जोड़ांगे तो 5π/2। ओके, तो इत्थे sin π + π/2 ਦਾ ਮਤਲਬ ਕੀ ਹੈ, ਕੀ ਸਿੱਖਿਆ ਸੀ ਆਪਾਂ +1 ਚ कि आ थर्ड क्वाड्रेंट च आ गया। थर्ड क्वाड्रेंट का मतलब की है माइनस, थर्ड क्वाड्रेंट में साइन माइनस होता है ना, तो इत्थे वैल्यू कितनी आ जाएगी -1। तो 3π/2 दे विच साइन दी जिहड़ी वैल्यू होएगी वो -1 होएगी, तो आ पॉइंट आ गया। फिर दोबारा देखा जाए तो sin 2π जिहड़ा हुंदा है पाई का मल्टीपल वो 0 हो गया। फिर अगर 5π/2 देखा जाए तो 5π/2 की आएगा, 5π/2 आ जाएगा sin 2π, 2π मतलब 360। 2π ਦੇ ਵਿੱਚ π/2 ਜੋੜ ਰਹੇ ਹਾਂ, 2π/2 π/2 ਜੋੜਾਂਗੇ ਤਾਂ ਫਸਟ ਕੁਆਡਰੈਂਟ ਚ ਆ ਜਾਏਗਾ। ਫਸਟ ਕੁਆਡਰੈਂਟ ਵਿੱਚ sin ਪਲੱਸ ਹੁੰਦਾ ਹੈ ਤਾਂ ਕਿੰਨਾ ਆ ਗਿਆ 1, ਯਾਨੀ ਕਿ 5π/2 ਦੇ ਉੱਪਰ sin ਦੀ ਵੈਲਿਊ ਜਿਹੜੀ ਹੈ ਉਹ ਕਿੰਨੀ ਹੈ 1। ਹੁਣ ਆਪਾਂ ਇਹਦੀ ਨੈਗੇਟਿਵ ਵੈਲਿਊਜ਼ ਲੈ ਲੈਣੇ ਆ। -π/2 ਤੇ ਕਿੰਨੀ ਵੈਲਿਊ ਆਏਗੀ -1, -π ਤੇ ਕਿੰਨੀ 0 है ना। x की वैल्यू अगर -π है तो y की वैल्यू कितनी होएगी, x एक्सिस के ऊपर y 0 होएगा ना। 3 -3π/2 कितना आएगा, देखो +3π/2 आया सी -1, तो -3π/2 कितना आएगा +1 आ गया। ਇਹਦੀ वैल्यू ਆਪਾਂ ਇੱਥੇ ਲਗਾ ਦਿੰਨੇ ਆ, ਬਿਲਕੁਲ 3π/2 ਦੇ ਸਾਹਮਣੇ और 1 ਦੇ ਸਾਹਮਣੇ ਆ ਹੋਗੀ वैल्यू, राइट। फिर 2π/2 ਤੇ ਕਿੰਨਾ ਹੋਏਗਾ 2π ਤੇ 0। ਤਾਂ ਹੁਣ ਇਹਨੂੰ ਆਪਾਂ ਨਾ ਫ੍ਰੀ ਹੈਂਡ ਨਾਲ ਡਰਾ ਕਰਦੇ ਆ, ਦੇਖਦਾ ਸਾਈਨ ਦਾ ਜਿਹੜਾ ਆਪਾਂ 11th ਕਲਾਸ ਵਿੱਚ ਡਰਾ ਕੀਤਾ ਸੀਗਾ ਉਹ ਫੰਕਸ਼ਨ ਆਪਣੇ ਕੋਲ ਕੀ ਆਇਆ ਸੀ, ਰਾਈਟ। ਇੱਥੋਂ ਹੀ ਸਟਾਰਟ ਕਰ ਲੈਂਦੇ ਆ। कुछ इस तरह का अपने को 11th क्लास में आया सी। राइट, और इनू भी आप इधर बढ़ा देने हैं क्योंकि ये भी 5/2 पाया जाएगा। तो ये अपने को साइन वेव आ गई, राइट। हुण जरा देखो ध्यान नाल, ग्राफिकली मैं तुहानूं की दस्सिया सीगा कि ग्राफिकली भी अगर आप देखिए तो ये फंक्शन 1 और ऑन टू फंक्शन नहीं होएगा। किवें 1 और ऑन टू फंक्शन होंदा की मतलब है, 1 का मतलब है कि अगर डोमेन के एलिमेंट्स डिफरेंट ने तो उन्होंने इमेजेस भी डिफरेंट आनी चाहिए ने। दो डिफरेंट बंदे होण तो मिरर के सामने खड़े हों तो इमेजेस भी तो डिफरेंट ही आएंगे ना, और अगर सेम एलिमेंट्स है तो इमेज भी सेम होनी चाहिए है, राइट। ये आप डेफिनेशन दसी सी। ऑन टू की डेफिनेशन सी, ऑन टू दी सी कि अगर
ਕੁਝ ਡੋਮੇਨ ਦੇ ਐਲੀਮੈਂਟਸ ਦੀ ਆਪਾਂ ਰੇਂਜਸ ਨਿਕਾਲ ਰਹੇ ਹਾਂ ਤਾਂ ਰੇਂਜ ਸੈੱਟ ਦੇ ਵਿੱਚ ਹਰੇਕ ਐਲੀਮੈਂਟ ਕਿਸੇ ਨਾ ਕਿਸੇ ਐਲੀਮੈਂਟ ਦੀ ਰੇਂਜ ਹੋਣੀ ਚਾਹੀਦੀ ਹੈ। ਮਤਲਬ ਰੇਂਜ ਸੈੱਟ ਦੇ ਵਿੱਚ ਕੋਈ ਐਜਾ ਐਲੀਮੈਂਟ ਨਹੀਂ ਹੋਣਾ ਚਾਹੀਦਾ ਜਿਹਦੀ ਕੋਈ ਪ੍ਰੀ ਡੋਮੇਨ ਨਾ ਹੋਵੇ। ਓਕੇ, ਡੋਮੇਨ ਦੇ ਵਿੱਚ ਐਜਾ ਕੋਈ ਐਲੀਮੈਂਟ ਐਗਜ਼ਿਸਟ ਨਾ ਕਰਦਾ ਹੋਵੇ ਜਿਹਦੀ ਉਹ ਰੇਂਜ ਹੈ, ਜਿਹਦੀ ਉਹ ਇਮੇਜ ਹੈ, ਰਾਈਟ। ਤਾਂ ਇਹਦਾ ਮਤਲਬ ਹੁਣ ਦੇਖਿਆ ਜਾਵੇ ਤਾਂ ਦੇਖੋ ਧਿਆਨ ਨਾਲ, ਇੱਥੇ π/2 ਦੇ ਉੱਪਰ ਰਾਈਟ ਵੈਲਿਊ ਕਿੰਨੀ ਹੈ 1, -π/2 ਦੇ ਉੱਪਰ ਕਿੰਨੀ ਹੈ -1। ਚਲੋ ਇਹ ਤਾਂ ਦੋ ਡਿਫਰੈਂਟ ਪੁਆਇੰਟ ਦੇ ਉੱਪਰ ਡਿਫਰੈਂਟ ਇਮੇजेस ਆ ਗਈਆਂ। ਹੁਣ ਪਾਈ ਦੇ ਉੱਪਰ ਦੇਖੋ, ਪਾਈ ਦੇ ਉੱਪਰ ਵੈਲਿਊ ਕਿੰਨੀ ਹੈ y ਦੀ 0, -π ਤੇ ਕਿੰਨੀ ਹੈ ਉਹ ਵੀ 0। ਦੋ ਡਿਫਰੈਂਟ ਪੁਆਇੰਟਸ ਨੇ ਡੋਮੇਨ ਦੇ, ਲੇਕਿਨ ਇਮੇਜ ਸੇਮ ਆ ਰਹੀ ਹੈ। ਇੱਥੇ ਵੀ ਰੇਂਜ ਡਿਫਰੈਂਟ ਆਣੀ ਚਾਹੀਦੀ ਸੀਗੀ। ਫਿਰ ਤੁਸੀਂ ਦੇਖੋ 3π/2 ਦੇ ਉੱਪਰ -1 ਹੈ ਔਰ -3π/2 ਦੇ ਉੱਪਰ ਕਿੰਨੀ ਹੈ +1। ਚਲੋ ਇਹ ਵੀ ਡਿਫਰੈਂਟ ਹੋ ਗਈ। फिर 2π ਦੇ ਉੱਪਰ ਕਿੰਨੀ ਹੈ 0 और -2π/2 ਤੇ ਕਿੰਨੀ ਹੈ -2π ਤੇ ਕਿੰਨੀ ਹੈ 0। ਦੋ ਡਿਫਰੈਂਟ ਪੁਆਇੰਟ ਦੇ ਉੱਪਰ ਫਿਰ ਸੇਮ ਰੇਂਜ ਆ ਗਈ। ਯਾਨੀ ਕਿ ਇਹ ਫੰਕਸ਼ਨ ਨੀਦਰ 1 ਨੋਰ ਔਨ ਟੂ ਵੀ ਨਹੀਂ ਹੈਗਾ ਇਹ ਫੰਕਸ਼ਨ। ਗ੍ਰਾਫਿਕਲੀ ਇਹ ਦੇਖਿਆ ਆਪਾਂ। ਹੁਣ ਮੈਂ ਤੁਹਾਨੂੰ ਕੀ ਕਹਿ ਰਿਹਾ ਸੀਗਾ ਕਿ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਨੂੰ ਡਿਫਾਈਨ ਕਰਨ ਦੇ ਲਈ ਇਹਨਾਂ ਦੀ ਜਿਹੜੀ ਡੋਮੇਨ ਤੇ ਰੇਂਜ ਹੈ ਉਹਨਾਂ ਨੂੰ ਆਪਾਂ ਰਿਸਟ੍ਰਿਕਟ ਕਰ ਦਾਂਗੇ। ਰਿਸਟ੍ਰਿਕਸ਼ਨ ਦਾ ਮਤਲਬ ਕੀ ਹੈ? ਐਸੇ ਕੁਐਸਚਨ ਦੇ ਉੱਪਰ ਚਲੋ ਆਪਾਂ ਹੁਣੇ ਅਜੇ ਤਾਂ ਆਪਾਂ ਸ਼ੁਰੂ ਨਹੀਂ ਕੀਤਾ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨ, ਨਾ ਹੀ ਮੈਂ ਗ੍ਰਾਫ ਬਣਾਇਆ ਉਹਦਾ, ਨਾ ਮੈਂ ਇਹਦੀ ਡੈਫੀਨੇਸ਼ਨ ਦਿੱਤੀ ਹੈ। ਮੈਂ ਤੁਹਾਨੂੰ ਇਹ ਦੱਸ ਰਿਹਾ ਰਿਸਟ੍ਰਿਕਸ਼ਨ ਦਾ ਮਤਲਬ ਕੀ ਹੈ। ਰਿਸਟ੍ਰਿਕਸ਼ਨ ਦਾ ਮਤਲਬ ਇਹ ਹੈ ਕਿ ਜੇ ਇਹਦੀ ਡੋਮੇਨ ਸੈਟ ਆਫ ਰੀਅਲ ਨੰਬਰ ਸੀ ਤਾਂ ਹੁਣ ਆਪਾਂ ਇਹਨੂੰ ਕੀ ਕਰਦੇ ਹਾਂ, ਐਸੇ ਫੰਕਸ਼ਨ ਦੀ ਡੋਮੇਨ ਨੂੰ ਅਗਰ ਮੈਂ ਰੈਸਟ੍ਰਿਕਟ ਕਰ ਦੇਣਾ -π/2 ਤੋਂ π/2 ਔਰ ਰੇਂਜ ਨੂੰ ਮੈਂ ਫਿਕਸ ਕਰ ਦਿੱਤਾ -1 to 1। ਹੁਣ ਜਰਾ ਧਿਆਨ ਨਾਲ ਦੇਖੋ, ਆ ਇਹਦੇ ਡੋਮੇਨ ਦੇ ਪੁਆਇੰਟਸ ਨੇ ਔਰ ਆ ਹੋ ਗਈ ਰੇਂਜਸ। ਹੁਣ π/2 ਦੇ ਉੱਪਰ ਡਿਫਰੈਂਟ ਪੁਆਇੰਟ ਦੇ ਉੱਪਰ ਵੈਲਿਊ ਕਿੰਨੀ ਆਈ ਹੈ 1 ਔਰ -π/2 ਤੇ ਕਿੰਨੀ ਆਈ ਹੈ -1। ਤਾਂ ਡਿਫਰੈਂਟ ਪੁਆਇੰਟ ਦੇ ਉੱਪਰ ਡਿਫਰੈਂਟ ਰੇਂਜਸ ਨੇ। ਇਹਦਾ ਮਤਲਬ ਹੁਣ ਜਿਹੜਾ ਗ੍ਰਾਫ ਹੈ ਆ ਦੇਖੋ, ਮੈਂ ਹੁਣ ਜਿਹੜਾ ਡਾਰਕ ਕਰ ਰਿਹਾ, ਠੀਕ ਹੈ, ਆਹੀ ਇਹਦਾ ਗ੍ਰਾਫ ਹੈ। ਬਸ ਹੁਣ ਐਸ ਵੈਲਿਊਜ਼ ਦੇ ਵਿੱਚ -π/2 ਔਰ +π/2 ਦੇ ਵਿੱਚ ਇਹ ਫੰਕਸ਼ਨ ਦੋ ਡਿਫਰੈਂਟ ਵੈਲਿਊਜ਼ ਲੈ ਰਿਹਾ ਹੈ ਤੇ ਇਹਨਾਂ ਦੀਆਂ ਜਿਹੜੀਆਂ ਰੇਂਜਸ ਨੇ, ਜਿਹੜੇ ਇਮੇਜ ਵੈਲਿਊਜ਼ ਨੇ ਉਹ ਡਿਫਰੈਂਟ ਨੇ। ਇਹਦਾ ਮਤਲਬ ਕੀ ਬਣੇਗਾ ਕਿ ਅਗਰ ਆਪਾਂ ਡੋਮੇਨ ਤੇ ਰੇਂਜ ਆ ਲੈ ਲਈਏ ਸਾਈਨ ਫੰਕਸ਼ਨ ਦੇ ਲਈ ਤਾਂ ਉਹ 1 ਤੇ ਔਨ2 ਫੰਕਸ਼ਨ ਬਣ ਜਾਏਗਾ, ਇੱਥੇ ਬਣ ਜਾਏਗਾ, ਰਾਈਟ। ਅਗਰ ਐਸ ਦੇ ਵਿੱਚ ਲੈਣੇ ਆ 1 ਐਂਡ ਔਨ2 ਫੰਕਸ਼ਨ ਹੋ ਜਾਏਗਾ। ਇਹ ਤਾਂ ਸੀ +1 ਦੀ ਥਿਉਰੀ, ਰਾਈਟ। ਕਿ ਉਹਦੀ ਮੈਂ ਤੁਹਾਨੂੰ ਗ੍ਰਾਫਿਕਲੀ ਦੱਸਿਆ ਕਿ ਤੁਸੀਂ ਅਗਰ ਇੱਥੇ x ਐਕਸਿਸ ਦੇ ਪੈਰਲਲ ਕੋਈ ਵੀ ਅਗਰ ਤੁਸੀਂ ਲਾਈਨ ਲੈਂਦੇ ਹੋ ਤਾਂ ਉਸ ਲਾਈਨ ਦੇ ਉੱਪਰ ਤੁਹਾਨੂੰ 1 ਔਨ2 ਫੰਕਸ਼ਨ ਇਹ ਨਜ਼ਰ ਨਹੀਂ ਆਏਗਾ, ਨਾ ਹੀ ਹੋਏਗਾ, ਰਾਈਟ। ਲੇਕਿਨ ਅਗਰ ਆਪਾਂ ਰੈਸਟ੍ਰਿਕਟ ਕਰ ਦਿੰਦੇ ਆ ਤਾਂ ਹੋ ਜਾਏਗਾ। ਤਾਂ ਇਸ ਰੇਂਜ ਦੇ ਵਿੱਚ ਹੋ ਜਾਣਾ, ਇਸ ਡੋਮੇਨ ਤੇ ਰੇਂਜ ਦੇ ਵਿੱਚ, ਰਾਈਟ। ਇਹਦਾ ਮਤਲਬ ਕੀ ਹੈ ਕਿ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਜਿਹੜੇ ਨੇ ਉਹ ਐਗਜ਼ਿਸਟ ਕਰਦੇ ਆ, ਉਹ 1 ਔਰ ਔਨ2 ਫੰਕਸ਼ਨਸ ਹੋਣਗੇ ਜਦੋਂ ਉਹਨਾਂ ਦੀ ਡੋਮੇਨ ਤੇ ਰੇਂਜ ਨੂੰ ਆਪਾਂ ਰੈਸਟ੍ਰਿਕਟ ਕਰ ਦਿੰਦੇ ਆ, ਰਾਈਟ। ਹੁਣ ਆਪਾਂ ਚੱਲਦੇ ਆ ਕਿ ਇਨਵਰਸ ਸਾਈਨ ਫੰਕਸ਼ਨਸ ਕਿਹੜੇ ਨੇ ਜਾਂ ਸਾਈਨ ਇਨਵਰਸ ਫੰਕਸ਼ਨਸ ਕਿਹੜੇ ਨੇ। ਓਕੇ, ਉਹਨਾਂ ਦੀ ਡੈਫੀਨੇਸ਼ਨਸ ਵੱਲ ਚੱਲਦੇ ਆ। ਇਨਵਰਸ ਫੰਕਸ਼ਨਸ, ਲੈਟਸ ਡਿਫਾਈਨ ਆਵਰ ਇਨਵਰਸ ਸਾਈਨ ਫੰਕਸ਼ਨਸ। ਓਕੇ, ਫਸਟ ਡੈਫੀਨੇਸ਼ਨ ਹੈ, ਜਿਵੇਂ ਤੁਹਾਨੂੰ ਮੈਂ ਉਹਨੇ ਸਾਈਨ ਬਾਰੇ ਦੱਸਿਆ ਸੀਗਾ, ਸਾਈਨ ਦੀ ਡੋਮੇਨ ਰੇਂਜ ਕੀ ਸੀਗੀ ਆਪਣੀ ਇਨੀਸ਼ੀਅਲ ਜਿਹੜੇ ਆਪਾਂ +1 ਸਮਝ ਕੇ ਆਏ ਆ, ਉਹਦੀ ਜਿਹੜੀ ਡੋਮੇਨ ਸੀ ਕਿ ਉਹ ਆਪਾਂ ਰਿਸਟ੍ਰਿਕਟ ਕੀਤੀ ਸੀ। ਅਗਰ 1 ਐਂਡ ਔਨ2 ਫੰਕਸ਼ਨ ਅਗਰ ਹੋਵੇ ਤਾਂ ਡੋਮੇਨ ਹੋਣੀ ਚਾਹੀਦੀ ਹੈ ਸਾਈਨ ਫੰਕਸ਼ਨ ਦੀ -π/2 to π/2 ਔਰ ਰੇਂਜ ਹੋਣੀ ਚਾਹੀਦੀ ਹੈ -1 to 1, ਰਾਈਟ। ਉਹਦਾ ਮੈਂ ਤੁਹਾਨੂੰ ਗ੍ਰਾਫ ਵੀ ਬਣਾ ਕੇ ਦਿਖਾਇਆ ਸੀ, ਸਾਈਨ ਵੇਵ ਜਿਹੜੀ ਆਪਣੇ ਕੋਲ ਆਈ ਸੀਗੀ ਔਰ ਉਹ 1 ਔਨ2 ਫੰਕਸ਼ਨ ਨਹੀਂ ਹੈਗਾ। ਹੁਣ ਅਗਰ ਆਪਾਂ ਸਾਈਨ ਇਨਵਰਸ ਫੰਕਸ਼ਨ ਨੂੰ ਡਿਫਾਈਨ ਕਰਨਾ ਹੈ ਤਾਂ ਜਿਹੜੀ ਸਾਈਨ ਫੰਕਸ਼ਨ ਦੀ ਡੋਮੇਨ ਆਪਾਂ ਰਿਸਟ੍ਰਿਕਟ ਕੀਤੀ ਹੈ ਉਹ ਇਹਦੀ ਰੇਂਜ ਹੋ ਜਾਏਗੀ, ਉਹਦੀ ਜਿਹੜੀ ਰੇਂਜ ਸੀ ਕਿ ਉਹ ਇਹਦੀ ਡੋਮੇਨ ਬਣ ਜਾਏਗੀ। ਤਾਂ ਸਾਈਨ ਇਨਵਰਸ ਫੰਕਸ਼ਨ ਇਜ਼ ਡਿਫਾਈਨਡ ਬਾय ਸਾਈਨ ਇਨਵਰਸ such that -1 to 1 -π/2 π/2, right? This is the definition and it is defined by this notation. प्रॉपर्टीज की बननगे हैं, यदि कुछ प्रॉपर्टीज अपन देखनी पैणगे ਤੁਹਾਨੂੰ ਮੈਂ ਜਿਵੇਂ ਦੱਸ ਹੀ ਦਿੱਤਾ ਹੈ। ਇਹ ਜੀ ਡੋਮੇਨ ਹੈਗੀ ਹੈ -1 to 1 ਔਰ ਰੇਂਜ ਜਿਹੜੀ ਹੋਏਗੀ -π/2 to π + π/2।
ਸਾਈਨ ਇਨਵਰਸ ਉਹ ਵੀ ਤੁਹਾਨੂੰ ਦੱਸਿਆ ਮੈਂ, ਕਿਉਂਕਿ ਆਪਾਂ ਇਹਦੀ ਜਿਹੜੀ ਸਾਈਨ ਫੰਕਸ਼ਨ ਦੀ ਆਪਾਂ ਡੋਮੇਨ ਨੂੰ ਰਿਸਟ੍ਰਿਕਟ ਕਰ ਦਿੱਤਾ ਸੀਗਾ, ਇਹਦੇ ਵਿੱਚ ਫਿਰ ਰੇਂਜ ਜਿਹੜੀ ਹੈ ਉਹ ਰਿਸਟ੍ਰਿਕਟ ਹੋ ਗਈ ਹੈ, ਰਾਈਟ। ਸਾਈਨ ਇਨਵਰਸ ਫੰਕਸ਼ਨ ਦਾ ਜਿਹੜਾ ਹੁਣ ਗ੍ਰਾਫ ਬਣਾਵਾਂਗੇ ਉਹ ਡੈਫੀਨਿਟਲੀ 1 1 ਤੇ ਔਨ ਟੂ ਫੰਕਸ਼ਨ ਬਣੇਗਾ, ਯਾਨੀ ਕਿ ਸਾਈਨ ਇਨਵਰਸ ਫੰਕਸ਼ਨ ਇਜ਼ ਬਾਈਜੈਕਸ਼ਨ ਫੰਕਸ਼ਨ। ਫਿਰ ਅਗਰ ਆਪਾਂ ਸਾਈਨ ਇਨਵਰਸ ਦਾ ਕੱਢਦੇ ਹਾਂ ਤਾਂ ਸਾਈਨ ਔਰ ਸਾਈਨ ਇਨਵਰਸ ਵਿਲ ਕੈਨਸਲ ਈਚ ਅਦਰ ਐਂਡ देयर ਵਿਲ ਬੀ x ਜਿਹੜਾ ਹੈਗਾ, ਜਿਹੜਾ ਆਪਾਂ ਇੱਥੇ x ਯੂਜ਼ ਕਰ ਰਹੇ ਹਾਂ, ਉਹ x ਸਾਈਨ ਇਨਵਰਸ ਦਾ ਡੋਮੇਨ ਮੰਨਿਆ ਜਾਏਗਾ ਇੱਥੋਂ। ਸੋ x ਬਿਲੋਂਗਸ ਟੂ -1 to 1 ਡੋਮੇਨ ਆਫ ਸਾਈਨ ਇਨਵਰਸ ਫੰਕਸ਼ਨ। ਅਗਰ ਆਪਾਂ ਸਾਈਨ ਇਨਵਰਸ ਕੱਢਦੇ ਹਾਂ ਸਾਈਨ ਫੰਕਸ਼ਨ ਦਾ, ਤਾਂ ਇੱਥੇ ਜਿਹੜਾ ਆਪਾਂ ਡੋਮੇਨ ਲਵਾਂਗੇ ਉਹ ਆਪਾਂ ਸਾਈਨ ਫੰਕਸ਼ਨ ਦੀ ਲਵਾਂਗੇ। ਤਾਂ ਸਾਈਨ ਫੰਕਸ਼ਨ ਦੀ ਆਪਾਂ ਡੋਮੇਨ ਕੀ ਰੈਸਟ੍ਰਿਕਟ ਕੀਤੀ ਹੈ, ਦੈਟ ਇਜ਼ -π/2 +π/2। ਇਹ ਕੁਝ ਫੀਚਰਸ ਨੇ ਜੋ ਉਹਦੀ ਡੈਫੀਨੇਸ਼ਨਸ ਤੋਂ ਨਿਕਲ ਸਕਦੇ ਨੇ। ਹੁਣ ਇਹਦੀ ਪ੍ਰਿੰਸੀਪਲ ਵੈਲਿਊ ਕਿਹੜੀ ਹੁੰਦੀ ਹੈ? ਪ੍ਰਿੰਸੀਪਲ ਵੈਲਿਊ ਇਜ਼ ਕਿ ਅਗਰ ਆਪਾਂ ਉਹ ਸਾਰੇ, ਇਹ ਜਿਹੜਾ ਸਾਈਨ ਹੈ ਦਿਸ ਇਜ਼ ਦਾ ਫॉर ਆਲ, ਸਾਰੇ x ਜਿਹੜੇ ਇਸ ਇੰਟਰਵਲ ਤੋਂ ਬਿਲੋਂਗ ਕਰਦੇ ਨੇ ਉਹ ਸਾਰੇ x ਦੀ ਪੁਆਇੰਟਸ ਦੇ ਲਈ, x ਦੀ ਵੈਲਿਊਜ਼ ਦੇ ਲਈ ਜੋ ਇਹਦੇ ਵਿੱਚ ਬਿਲੋਂਗ ਕਰਦੇ ਨੇ, देयर एग्जिस्ट अ यूनिक y। ਜਦੋਂ ਆਪਾਂ x ਦੀ ਵੈਲਿਊ ਪੁੱਟ ਕਰ ਦਾਂਗੇ ਸਾਈਨ ਇਨਵਰਸ ਫੰਕਸ਼ਨ ਦੇ ਵਿੱਚ ਤਾਂ ਆਪਣੇ ਕੋਲ ਇੱਕ y ਵੈਲਿਊ ਆਏਗੀ ਸਾਈਨ ਇਨਵਰਸ ਫੰਕਸ਼ਨ ਦੀ, ਜੋ ਆਨਸਰ ਆਏਗਾ, ਜੋ ਵੈਲਿਊ ਆਏਗੀ, ਉਹ ਸਾਰੀ ਵੈਲਿਊਜ਼ -π/2 ਔਰ +π/2 ਦੇ ਵਿੱਚ ਬਿਲੋਂਗ ਕਰਨੀਆਂ ਚਾਹੀਦੀਆਂ ਨੇ। So for all x belongs to this interval, there is a unique y belongs to -π/2 +π/2 such that sin y is equal to x. Now here we have the range is this, okay, or y is equal to sin inverse of x. So this value of y is called principal value of sin inverse of x. ਰਾਈਟ। ਸੋ ਆਪਾਂ ਇਸ ਚੈਪਟਰ ਦੇ ਵਿੱਚ, ਇਸ ਐਕਸਰਸਾਈਜ਼ ਦੇ ਵਿੱਚ ਜੋ ਆਪਾਂ ਫਸਟ ਐਕਸਰਸਾਈਜ਼ ਕਰਾਂਗੇ ਉਹਦੇ ਵਿੱਚ ਆਪਾਂ ਪ੍ਰਿੰਸੀਪਲ ਵੈਲਿਊ ਹੀ ਲਵਾਂਗੇ, ਰਾਈਟ। ਤਾਂ ਹੁਣ ਆਪਾਂ ਜੇ ਗ੍ਰਾਫ ਡਿਫਾਈਨ ਕਰੀਏ ਸਾਈਨ ਇਨਵਰਸ ਫੰਕਸ਼ਨ ਦਾ, ਕਿਉਂਕਿ ਆਪਾਂ ਰੈਸਟ੍ਰਿਕਟ ਕਰ ਦਿੱਤਾ ਹੈ ਇਸ ਕਿ ਆਪਾਂ ਸਾਰੀ ਸਾਈਨ ਵੇਵ ਤਾਂ ਨਹੀਂ ਲਵਾਂਗੇ, ਆਪਾਂ ਕਿਹਦੇ ਵਿੱਚ ਲਵਾਂਗੇ, ਜਿਹੜੀ -π/2 +π/2 ਦੇ ਵਿੱਚ ਉਹਦੀ ਰੇਂਜ ਆਵੇ ਤੇ ਡੋਮੇਨ ਕਿਹਦੇ ਵਿੱਚ ਹੋਣੀ ਚਾਹੀਦੀ ਹੈ, -1 ਔਰ 1 ਦੇ ਵਿੱਚ ਹੋਵੇ। ਤਾਂ ਹੁਣ ਇੱਥੇ ਤੁਸੀਂ ਅਗਰ ਗ੍ਰਾਫ ਬਣਾਓਗੇ ਤਾਂ ਦੇਖੋ ਜਰਾ ਧਿਆਨ ਨਾਲ, ਫਿਰ ਆ ਵੈਲਿਊ ਹੈ -1, ਸਾਈਨ ਇਨਵਰਸ ਜਿਹੜਾ -1 ਹੋਏਗਾ that is -π/2, ਸਾਈਨ ਇਨਵਰਸ ਜਿਹੜਾ 0 ਹੋਏਗਾ sin 0 0, ਔਰ ਸਾਈਨ ਇਨਵਰਸ ਆਫ 1 ਜਿਹੜਾ ਹੋਏਗਾ ਉਹ +π/2 ਹੋਏਗਾ। ਤਾਂ ਤੁਸੀਂ ਅਗਰ ਇਹਨਾਂ ਨੂੰ ਡਰਾ ਕਰਦੇ ਹੋ ਤਾਂ ਤੁਹਾਡੇ ਕੋਲ ਆ ਗ੍ਰਾਫ ਪਾਏਗਾ। ਦੇਖੋ -π/2 ਔਰ -1 ਔਰ -π/2 ਦੇ ਲਈ ਆ ਪੁਆਇੰਟ ਹੋ ਗਿਆ, 0 ਦੇ ਲਈ ਆ ਹੋ ਗਿਆ, ਔਰ 1 ਔਰ π/2 ਦੇ ਲਈ ਆ ਪੁਆਇੰਟ। ਇਹਨੂੰ ਆਪਾਂ ਤੁਸੀਂ ਫ੍ਰੀ ਹੈਂਡ ਨਾਲ ਅਗਰ ਤੁਸੀਂ ਜੁਆਇਨ ਕਰਾਓਗੇ ਤਾਂ ਤੁਹਾਡੀ ਇੱਕ ਸਾਈਨ ਇਨਵਰਸ ਫੰਕਸ਼ਨ ਦੇ ਲਈ ਇੱਕ ਵੇਵ ਆ ਜਾਏਗੀ, ਗ੍ਰਾਫ ਆ ਜਾਏਗਾ। ਦਿਸ ਇਜ਼ ਕਾਲਡ ਸਾਈਨ ਇਨਵਰਸ ਵੇਵ। ਜਿਵੇਂ ਉਹ ਸਾਈਨ ਵੇਵ ਸੀ, ਇਹ ਸਾਈਨ ਇਨਵਰਸ ਵੇਵ ਹੈ, ਰਾਈਟ, ਯਾਨੀ ਕਿ ਸਾਈਨ ਇਨਵਰਸ ਦਾ ਗ੍ਰਾਫ ਹੈ। ਹੁਣ ਤੁਸੀਂ ਜਿਹੜਾ ਧਿਆਨ ਨਾਲ ਦੇਖੋ, ਉਹ ਤੁਸੀਂ ਜਿਹੜਾ ਮੈਂ ਤੁਹਾਨੂੰ ਪਿਛਲੇ ਹੁਣੇ ਜਸਟ ਕਰਾ ਕੇ ਹਟਿਆ ਸਾਈਨ x ਦਾ ਜਿਹੜਾ ਆਪਾਂ +1 ਦੇ ਵਿੱਚ ਕੀਤੀ ਸੀਗੀ, ਅਗਰ ਉਹਦਾ ਆਪਾਂ x ਤੇ y ਐਕਸਿਸ ਨੂੰ ਚੇਂਜ ਕਰ ਦਈਏ, ਯਾਨੀ ਕਿ ਇੰਟਰਚੇਂਜ ਕਰ ਦੋ, ਜਿਹੜਾ x ਐਕਸਿਸ ਸੀ, x ਐਕਸਿਸ ਦੇ ਉੱਪਰ ਕੀ ਸੀਗਾ, ਰਿਮੈਂਬਰ ਦੈਟ x ਐਕਸਿਸ ਦੇ ਉੱਪਰ ਸੀ ਆਪਣੇ ਸਾਰੇ ਡੋਮੇਨ ਦੀ ਵੈਲਿਊਜ਼, ਔਰ ਡੋਮੇਨ ਕਿਹਦੋਂ ਬਿਲੋਂਗ ਕਰ ਰਹੀਆਂ ਸੀਗੀਆਂ, ਹਨਾ, ਸੈਟ ਆਫ ਰੀਅਲ ਦੇ ਵਿੱਚ, ਜਦੋਂ ਆਪਾਂ ਰਿਸਟ੍ਰਿਕਟ ਨਹੀਂ ਕੀਤਾ ਸੀ ਉਦੋਂ ਤੱਕ, ਰਾਈਟ। ਹੁਣ ਉਹਨੂੰ ਆਪਾਂ ਬਣਾ ਦਿੱਤਾ y, ਹੁਣ ਕਿਉਂਕਿ ਉਹਦੀ ਰੇਂਜ ਨੂੰ ਆਪਾਂ ਰਿਸਟ੍ਰਿਕਟ ਕਰ ਦਿੱਤਾ ਸੀਗਾ, ਸੈਟ ਆਫ ਰੀਅਲ ਨੰਬਰ ਨਹੀਂ ਲਿਆ, ਆਪਾਂ ਸਿਰਫ ਰਿਸਟ੍ਰਿਕਟ ਕੀਤਾ ਸੀਗਾ -π/2 ਤੇ π। ਤਾਂ ਜਿਹੜਾ x ਸੀ ਉਹ ਸਾਈਨ ਫੰਕਸ਼ਨ ਦੇ ਵਿੱਚ ਕੀ ਬਣਿਆ ਫਿਰ, ਕਿਉਂਕਿ ਇਹ ਡੋਮੇਨ ਹੈ ਸਾਈਨ ਫੰਕਸ਼ਨ ਦੀ ਔਰ ਆ ਰੇਂਜ ਹੈ ਸਾਈਨ ਫੰਕਸ਼ਨ ਦੀ, ਤਾਂ ਇਨਵਰਸ ਵੇਲੇ ਚੇਂਜ ਹੋ ਗਈਆਂ। ਤਾਂ ਹੁਣ ਆਪਾਂ x ਨੂੰ y ਮੰਨ ਲਓ ਤੇ y ਨੂੰ ਜਿਹੜਾ ਹੈ ਉਹ x ਮੰਨ ਲਓ, ਤਾਂ ਫਿਰ ਬਿਲਕੁਲ ਆਹੀ ਗ੍ਰਾਫ ਬਣ ਜਾਏਗਾ। ਉਹ ਜਿਹੜਾ ਗ੍ਰਾਫ ਸੀ ਨਾ ਉਹ ਕੁਝ ਇਸ ਤਰੀਕੇ ਦਾ ਸੀ ਨਾ, ਹਨਾ, ਤੇ ਜੇ xy ਨੂੰ ਆਪਾਂ ਜੇ ਚੇਂਜ ਕਰ ਦਈਏ ਤਾਂ ਫਿਰ ਗ੍ਰਾਫ ਉੱਪਰ ਨੀਚੇ ਆ ਜਾਏਗਾ, ਹਨਾ। ਆਰ ਯੂ ਗੈਟਿੰਗ ਦੈਟ? ਤਾਂ ਇਨਵਰਸ ਫੰਕਸ਼ਨ ਦਾ ਮਤਲਬ ਇਹੀ ਹੋਇਆ ਕਿ ਜਿਹੜਾ origignal ਸਾਈਨ ਵਿੱਚ x ਸੀਗਾ ਉਹਨੂੰ y ਤੇ ਜੋ y ਸੀਗਾ ਉਹ x ਹੋ ਗਿਆ, ਯਾਨੀ ਕਿ ਉਹਦੇ ਵਿੱਚ ਫਿਰ ਉਹਦੇ ਪੁਆਇੰਟਸ ਵੀ ਚੇਂਜ ਹੋ ਗਏ। ਤਾਂ ਇਸ ਤਰ੍ਹਾਂ ਕਰਕੇ ਆ ਆਪਣੇ ਕੋਲ ਗ੍ਰਾਫ ਬਣ ਜਾਏਗਾ ਸਾਈਨ ਇਨਵਰਸ ਆਫ x ਦਾ। ਤਾਂ ਆ ਮੈਂ ਤੁਹਾਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਈਨ ਫੰਕਸ਼ਨ ਦੇ ਵਿੱਚ ਔਰ ਸਾਈਨ ਇਨਵਰਸ ਫੰਕਸ਼ਨ ਦੇ ਵਿੱਚ ਆਪਾਂ ਨੂੰ ਕੀ ਕੁਝ ਚੇਂਜ ਕਰਨਾ ਪਏਗਾ, ਔਰ ਅਗਰ ਇਹ 1 1 on 2 ਦੇਖੋ ਆ ਹੁਣ 1 1 on 2 ਫੰਕਸ਼ਨ ਹੈਗਾ, ਕਿਉਂ 1 ਦੇ ਲਈ ਰੇਂਜ ਕਿੰਨੀ ਹੈ -π/2, ਇਮੇਜ ਕਿੰਨੀ ਆਈ
ਆ ਡੋਮੇਨ ਪੁਆਇੰਟ ਹੋ ਗਿਆ, ਉਹਦੀ ਇਮੇਜ ਕਿੰਨੀ ਆਈ π/2 ਔਰ -1 ਦੇ ਲਈ ਕਿੰਨੀ ਆਈ -π/2 ਰਾਈਟ। 0 ਦੇ ਲਈ 0 ਆ ਗਈ ਤਾਂ 1 1 ਔਨ ਟੂ ਫੰਕਸ਼ਨ ਹੋ ਗਿਆ। ਔਨ ਟੂ ਕਿਉਂ? ਕਿਉਂਕਿ ਰੇਂਜ ਸੈੱਟ ਦੇ ਵਿੱਚ ਅਜਾ ਕੋਈ ਐਲੀਮੈਂਟ ਨਹੀਂ ਹੈ ਜਿਹਦਾ ਕੋਈ ਪ੍ਰੀ ਡੋਮੇਨ ਨਾ ਹੋਵੇ, ਜਿਹਦੀ ਆਪਾਂ ਇਮੇਜ ਕੱਢੀ ਹੋਵੇ, ਹਨਾ। ਇਮੇਜ ਵਿੱਚ ਐਲੀਮੈਂਟ ਤਾਂ ਹੈਗਾ ਪਰ ਡੋਮੇਨ ਵਿੱਚ ਨਹੀਂ ਹੈਗਾ, ਐਜਾ ਵੀ ਕੋਈ ਐਲੀਮੈਂਟ ਨਹੀਂ ਹੈ। that means this function now becomes sin inverse is 1 1 onto in this domain and range। ਇੱਕ ਫੰਕਸ਼ਨ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਹੁਣ ਆਪਾਂ ਸੈਕਿੰਡ ਵੱਲ ਚੱਲਦੇ ਹਾਂ, ਇਨਵਰਸ ਕੋਸਾਈਨ ਫੰਕਸ਼ਨ। ਓਕੇ, ਬਿਲਕੁਲ ਈਜ਼ੀ ਹੈ। ਹੁਣ ਸਾਰੇ ਤੁਸੀਂ ਜਿਹੜਾ +1 ਦੇ ਵਿੱਚ ਸਾਈਨ ਕਰਕੇ, ਕੋਸਾਈਨ ਕਰਕੇ, ਟੈਂਜੈਂਟ ਕਰਕੇ, ਉਹਨਾਂ ਦੇ ਗ੍ਰਾਫ ਨੂੰ ਧਿਆਨ ਰੱਖੋ ਔਰ ਇਹਦੇ ਗ੍ਰਾਫ ਬਣਾਉਂਦੇ ਜਾਓ। ਕਰਨਾ ਕੀ ਹੈ, ਬਸ ਮਿਰਰ ਇਮੇਜ ਲੈ ਲਓ, ਮਿਰਰ ਨੂੰ ਰੱਖ ਦਿਓ sin x, ਜਿਹੜਾ x ਐਕਸਿਸ ਹੈ ਉਹਨੂੰ ਅਗਰ ਆਪਾਂ y ਐਕਸਿਸ ਮੰਨ ਲਾਂਗੇ ਔਰ y ਨੂੰ x ਮੰਨ ਲਾਂਗੇ ਤਾਂ ਮਿਰਰ ਇਮੇਜ ਜਿਹੜੀ ਹੈਗੀ ਹੈ ਉਹ ਤੁਹਾਡੀ ਇਨਵਰਸ ਫੰਕਸ਼ਨਸ ਦੀ ਸਾਰਿਆਂ ਦੀ ਆ ਜਾਏਗੀ। ਜੋ ओरिजिनल फंक्शंस ਦੇ ਵਿੱਚ x ਔਰ y ਨੇ ਉਹਨਾਂ ਦੀ ਮਿਰਰ ਇਮੇਜ ਲੈ ਲਓ, ਉਹ ਤੁਹਾਡੀ ਇਨਵਰਸ ਫੰਕਸ਼ਨਸ ਦੇ ਵਿੱਚ ਡੋਮੇਨ ਤੇ ਰੇਂਜ ਉਲਟ ਜਾਣਗੀਆਂ, ਰਾਈਟ। ਹੁਣ ਆਪਾਂ ਚੱਲਦੇ ਹਾਂ ਕੋਸਾਈਨ ਇਨਵਰਸ ਦੇ ਉੱਪਰ। ਨਾਓ ਲੈਟਸ ਮੂਵ ਟੁਵਰਡਸ ਆਵਰ ਕੋਸ ਇਨਵਰਸ ਫੰਕਸ਼ਨ। ਓਕੇ, ਡੈਫੀਨੇਸ਼ਨ ਕੀ ਬਣਦੀ ਹੈ ਇਹਦੀ? ਡੈਫੀਨੇਸ਼ਨ ਵਿੱਚ ਕਹਿੰਦਾ ਹੈ ਇਨਵਰਸ ਕੋਸਾਈਨ ਫੰਕਸ਼ਨ ਕੀ ਹੋਏਗਾ ਆਪਣੇ ਕੋਲ, that is denoted by cos inverse of x, defined by cos inverse of x such that domain is -1 1 and range is 0 to π। ਜਿੱਦਾਂ ਮੈਂ ਪਹਿਲੇ ਦੱਸਿਆ ਕਿ ਇਹ 1 1 ਔਨ ਟੂ ਫੰਕਸ਼ਨ ਔਰ ਇਨਵਰਸ ਫੰਕਸ਼ਨ ਐਗਜ਼ਿਸਟ ਕਰੇਗਾ ਜਦੋਂ ਆਪਾਂ ਉਹਦੀ ਡੋਮੇਨ ਔਰ ਰੇਂਜ ਨੂੰ ਰੈਸਟ੍ਰਿਕਟ ਕਰ ਦਾਂਗੇ। ਤਾਂ ਜਿਹੜਾ ओरिजिनल ਫੰਕਸ਼ਨ ਆਪਣੇ ਕੋਲ ਹੈਗਾ ਕੋਸਾਈਨ, ਉਹਦੇ ਵਿੱਚ ਡੋਮੇਨ ਕੀ ਸੀ? ਸੈਟ ਆਫ ਰੀਅਲ ਨੰਬਰਸ, ਔਰ ਰੇਂਜ ਕੀ ਸੀ -1 to 1। ਹੁਣ ਰੇਂਜ ਨੂੰ ਜੋ ਦੀ ਡੋਮੇਨ ਸੀਗੀ ਉਹਨੂੰ ਆਪਾਂ ਰੈਸਟ੍ਰਿਕਟ ਕਰ ਦਿੱਤਾ 0 to π ਦੇ ਵਿੱਚ, ओरिजिनल ਕੋਸਾਈਨ ਫੰਕਸ਼ਨ ਜਿਹੜਾ ਹੈਗਾ ਸੀਗਾ। ਤੇ ਜੇ ਆਪਾਂ ਕੋਸ ਇਨਵਰਸ ਕਰਾਂਗੇ ਤਾਂ ਜਿਹੜੇ ਕੋਸਾਈਨ ਫੰਕਸ਼ਨ ਦੀ ਡੋਮੇਨ ਹੈ ਉਹ ਰੇਂਜ ਬਣ ਜਾਏਗੀ ਔਰ ਜੋ ਰੇਂਜ ਹੈ ਉਹ ਇਹਦੀ ਡੋਮੇਨ ਬਣ ਜਾਏਗੀ। ਇਨਵਰਸ ਫੰਕਸ਼ਨ ਮਿਰਰ ਇਮੇਜ ਲੈ ਲਾਂਗੇ x ਔਰ y ਐਕਸਿਸ ਦੀ, ਰਾਈਟ। ਪ੍ਰੋਪਰਟੀਜ਼ ਕੀ ਨੇ? ਡੋਮੇਨ ਆਫ ਦਿਸ ਇਜ਼ -1 1 closed interval and range is 0 to π, that is closed interval। once again, cos inverse is 1 1 and on to bijection function है। cos of cos inverse is x, here we are using the domain values x belongs to -1 1 and cos inverse of cos x is simple cosine function and here we are using the x function, x values from its domain is 0 to π। okay, here because after we are restricting this function, restricting this domain to 0 to π of the original cosine function। on principal value की होएगी यदि principal value of cosine inverse is for all x belongs to -1 to 1 there exists a unique y belongs to 0 to π such that cos π is equal to x or y is equal to cos inverse of x and this value of y is called the principal value of cos inverse of x। ਔਰ ਜ਼ਿਆਦਾਤਰ ਆਪਾਂ ਪ੍ਰਿੰਸੀਪਲ ਵੈਲਿਊਜ਼ ਨੂੰ ਹੀ ਇਸ ਐਕਸਰਸਾਈਜ਼ ਦੇ ਵਿੱਚ ਆਪਾਂ ਕੱਢਾਂਗੇ ਔਰ ਵੈਲਿਊ ਉਹਦੀਆਂ ਫਾਈਂਡ ਆਊਟ ਕਰਾਂਗੇ। ਗ੍ਰਾਫ ਅਗਰ ਦੇਖਿਆ ਜਾਵੇ ਤਾਂ ਜਿਵੇਂ ਤਾਂ ਮੈਂ ਸਾਈਨ ਦਾ ਅਲੱਗ ਬਣਾ ਕੇ ਦਿਖਾਤਾ ਸੀ ਤੇ ਮੈਂ ਤੁਹਾਨੂੰ ਸਾਈਮਲਟੇਨੀਅਸ ਦਿਖਾ ਰਿਹਾ ਕੋਸਾਈਨ ਫੰਕਸ਼ਨ ਦਾ। ਜਿਵੇਂ ਕਿ ਆਪਾਂ +1 ਚ ਸਿੱਖਿਆ ਕਿ ਆਪਾਂ ਅਗਰ ਉਹਦਾ ਕੋਸਾਈਨ ਦਾ ਅਗਰ ਆਪਾਂ ਗ੍ਰਾਫ ਡਰਾ ਕਰੀਏ ਵਿਦਆਊਟ ਰੈਸਟ੍ਰਿਕਸ਼ਨ, ਅਜੇ ਆਪਾਂ ਰੈਸਟ੍ਰਿਕਟ ਨਹੀਂ ਕੀਤਾ ਤਾਂ ਗ੍ਰਾਫ ਕੀ ਆਏਗਾ? ਦੇਖੋ x ਐਕਸਿਸ ਦੇ ਉੱਪਰ ਆਪਾਂ 0 π/2 π 3 π/2 2 π 5 π/2 3 π ਐਂਡ ਸੋ ਔਨ, ਉਸ ਤਰ੍ਹਾਂ ਹੀ ਨੈਗੇਟਿਵ ਪੁਆਇੰਟਸ ਲੈ ਲੈ। ਤਾਂ ਜਦੋਂ ਆਪਾਂ ਇਹਨਾਂ ਨੂੰ ਡਰਾ ਕਰਾਂਗੇ ਕੋਸਾਈਨ ਫੰਕਸ਼ਨ ਦੇ ਵਿੱਚ, ਜਿਵੇਂ ਕਿ cos 0 ਭਰੀਏ ਤਾਂ 1 ਆਉਂਦਾ ਹੈ, ਰਾਈਟ। cos π/2 ਕਰਾਂਗੇ 0, cos π is -1, cos 3 π/2 0, -π/2 0, -π is this 3 π/2 -3 π/2 is 0। ਤਾਂ ਇਹਨੂੰ ਆਪਾਂ ਡਰਾ ਕਰਾਂਗੇ ਤਾਂ ਕੋਸਾਈਨ ਦਾ ਜਿਹੜਾ ਗ੍ਰਾਫ ਹੈ ਉਹ ਇਸ ਤਰੀਕੇ ਨਾਲ ਆ ਜਾਏਗਾ। ਹੁਣ ਇਹ ਕਿਸੇ ਵੀ ਲਾਈਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਕਿ ਇਹ 1 1 ਔਨ ਟੂ ਫੰਕਸ਼ਨ ਨਹੀਂ ਹੈ। डिफरेंट वैल्यूज है, सेम वैल्यूज भी आ सकती हैं, जो अलग अलग डिफरेंट वैल्यू होंगी। देखो आप π/2 है -π/2 है, लेकिन वैल्यू कितनी है 0, राइट। पाई ਦੇ ਉੱਪਰ ਕਿੰਨੀ ਹੈ -1, ਮਾਈਨਸ ਪਾਈ ਦੇ ਉੱਪਰ ਕਿੰਨੀ ਹੈ -1, ਤਾਂ ਬਿਲਕੁਲ ਹੀ -1 1 1 ਔਰ ਔਨ ਟੂ ਫੰਕਸ਼ਨ ਨਹੀਂ ਹੈਗਾ। ਲੇਕਿਨ ਜਦੋਂ ਆਪਾਂ ਇਹਦੀ ਡੋਮੇਨ ਨੂੰ ਰੈਸਟ੍ਰਿਕਟ ਕਰ ਦਿੱਤਾ 0 to π ਦੇ ਵਿੱਚ, 0 to π ਦੇ ਵਿੱਚ ਦੇਖੋ ਮੈਂ ਤੁਹਾਨੂੰ ਇੱਥੇ
ਗ੍ਰੀਨ ਪੈਨ ਦੇ ਨਾਲ ਡੋਮੇਨ ਆਪਣੀ ਇਹਦੀ ਤੁਹਾਨੂੰ ਮੈਂ ਇਹਦਾ ਬਣਾ ਕੇ ਦਿਖਾ ਰਿਹਾ। ਆ ਦੇਖੋ ਹੁਣ 0 to ਪਾਈ ਦੇ ਵਿੱਚ ਆਪਣਾ ਜਿਹੜਾ ਗ੍ਰਾਫ ਵੈਲਿਊ ਹੈ ਉਹ ਸਿਰਫ n ਹੀ ਰਹਿ ਜਾਏਗੀ, ਬਸ ਆ ਰਹਿ ਜਾਏਗੀ। ਓਕੇ ਅੰਡਰਸਟੈਂਡ। ਤਾਂ ਉਹਦੇ ਵਿੱਚ ਹੁਣ ਤੁਸੀਂ ਆਪ ਦੇਖੋ ਧਿਆਨ ਨਾਲ ਕਿ ਇਹਦੇ ਹੁਣ ਇਹ 1 1 ਔਨ ਟੂ ਫੰਕਸ਼ਨ ਬਣ ਜਾਏਗਾ। x ਦੀ ਵੈਲਿਊ ਚੂਜ਼ ਕਰੋ, 0 ਤੇ 1 ਹੈ। ਓਕੇ और π/2 ਦੇ ਅਗਰ ਆਪਾਂ ਇੱਥੋਂ ਲੈ ਲੈਣਾ ਨਾ ਵੈਲਿਊ, ਕਿਉਂਕਿ ਡੋਮੇਨ ਹੈ ਇਹ ਰਿਸਟ੍ਰਿਕਟ ਕਰ ਦਿੱਤਾ ਆਪਾਂ, ਤਾਂ π/2 ਦੇ ਉੱਪਰ cos ਦੀ ਵੈਲਿਊ cos ਦੀ ਵੈਲਿਊ ਕਿੰਨੀ ਆ ਜਾਏਗੀ 0, ਪਾਈ ਦੇ ਉੱਪਰ ਕਿੰਨੀ ਆ ਜਾਏਗੀ -1। ਤਾਂ ਡਿਫਰੈਂਟ ਵੈਲਿਊਜ਼ ਦੇ ਲਈ ਡਿਫਰੈਂਟ ਇਮੇजेस ਆ ਰਹੀਆਂ ਨੇ। ਤਾਂ ਐਸ ਡੋਮੇਨ ਦੇ ਵਿੱਚ ਇਹ ਫੰਕਸ਼ਨ ਜਿਹੜਾ ਹੈਗਾ ਉਹ 1 1 ਔਰ ਔਨ ਟੂ ਫੰਕਸ਼ਨ ਬਣ ਜਾਏਗਾ। ਆਈ ਐਮ ਟਾਕਿੰਗ ਅਬਾਊਟ ਕੋਸਾਈਨ ਫੰਕਸ਼ਨ। ਹੁਣ ਇਹਨੂੰ ਧਿਆਨ ਵਿੱਚ ਰੱਖਦੇ ਹੋਏ, ਕਿਉਂਕਿ ਆਪਾਂ ਇਹਦੀ ਡੋਮੇਨ ਨੂੰ ਰੈਸਟ੍ਰਿਕਟ ਕਰ ਦਿੱਤਾ ਹੈ, ਤੇ ਜਦੋਂ ਆਪਾਂ ਕੋਸ ਤੋਂ ਕੋਸ ਇਨਵਰਸ ਬਣਾਵਾਂਗੇ ਤਾਂ ਜਿਹੜੀ ਰੇਂਜ ਆ ਉਹ ਡੋਮੇਨ ਬਣ ਜਾਏਗੀ, ਡੋਮੇਨ ਜਿਹੜੀ ਹੈਗੀ ਆ ਉਹ ਰੇਂਜ ਬਣ ਜਾਏਗੀ, ਔਰ ਜਿਹੜਾ x एक्सिस ਸੀਗਾ ਉਹ y एक्सिस, ਔਰ ਜਿਹੜਾ y एक्सिस ਸੀ ਉਹ x एक्सिस ਬਣ ਜਾਏਗਾ। ਰਾਈਟ, ਇਹਦੀ ਮਿਰਰ ਇਮੇਜ ਲੈ ਲਈ ਹੈ, ਔਰ ਅਕੋਰਡਿੰਗ ਟੂ restriction from 0 to pi being domain being range of this, we are taking the values of x from -1 to 1। -1 to 1 ਦੇ ਵਿੱਚ ਸਾਰੀਆਂ ਵੈਲਿਊਜ਼ ਦੇ ਲਈ ਆਪਣੇ ਕੋਲ ਆ ਗ੍ਰਾਫ ਬਣੇਗਾ, because we are restricting this graph only from -1 to 1 to 0 to pi। 0 ਔਰ ਪਾਈ ਦੇ ਵਿੱਚ ਹੀ ਉਹਦੀ ਵੈਲਿਊਜ਼ ਆਣੀਆਂ ਚਾਹੀਦੀਆਂ ਨੇ, ਬਸ ਆ ਨੈਗੇਟਿਵ ਸਾਈਡ ਆਫ y ਆਪਾਂ ਨਹੀਂ ਲਈਏ। restriction ਦਾ ਮਤਲਬ ਹੀ ਇਹੀ ਹੈ ਕਿ ਆਪਾਂ ਕੁਝ ਸੈਟ ਆਫ ਰੀਅਲ ਨੰਬਰਸ ਦੇ ਵਿੱਚ ਜਾਂ -1 ਔਰ 1 ਦੇ ਇੰਟਰਵਲ ਦੇ ਵਿੱਚ ਆਪਾਂ ਕੁਝ ਵੈਲਿਊਜ਼ ਨੂੰ ਰੈਸਟ੍ਰਿਕਟ ਕਰ ਰਹੇ ਹਾਂ। ਓਕੇ, ਤਾਂ ਉਹਦਾ ਗ੍ਰਾਫ ਜਿਹੜਾ ਹੈ ਕੋਸ ਇਨਵਰਸ ਕੋਸਾਈਨ ਫੰਕਸ਼ਨ ਦਾ ਜਿਹੜਾ ਗ੍ਰਾਫ ਹੈ ਉਹ ਆਪਣੇ ਕੋਲ ਆ ਬਣ ਜਾਏਗਾ। ਸੋ ਦਿਸ ਇਜ਼ ਆਲ ਅਬਾਊਟ ਆਵਰ ਇਨਵਰਸ ਕੋਸਾਈਨ ਫੰਕਸ਼ਨ। ਨਾਓ ਲੈਟਸ ਡਿਸਕਸ ਅਬਾਊਟ ਆਵਰ ਥਰਡ ਇਨਵਰਸ ਫੰਕਸ਼ਨ, that is tangent inverse। Now let's discuss with the inverse tangent function। Okay, it is denoted by tangent inverse of x। We can read it as like this, as I already told you, tangent inverse of x defined by tangent inverse। domain क्या है अभी, set of real numbers, और range क्या है, we are restricting। देखो जो अपने को tangent function है ਉਹਦੀ domain की है set of real numbers ਵਿੱਚੋਂ all integral odd multiples of π/2। इंटीग्रल मल्टीपल्स का मतलब की है प्लस वाले odd multiples माइनस वाले odd multiples, ओके, ऑफ π/2। वो ਆਪਾਂ सेट ऑफ रियल नंबर्स ਵਿੱਚੋਂ माइनस कर रहे हैं, और ਜਿਹੜੀ रेंज है वो सेट ऑफ रियल नंबर्स है। आफ्टर restricting the domain to -π/2 to +π/2 and range set as the set of real numbers, we will have the graph of the tangent function as this। ओके, और अगर ਆਪਾਂ ਇਹਦੀ मिरर इमेज ਲੈ ਲੈਂਦੇ ਆ, ਜਿਹੜਾ y एक्सिस है वो x एक्सिस, और जो x एक्सिस है वो y एक्सिस, ਤਾਂ ਆ ਗ੍ਰਾਫ ਜਿਹੜਾ ਹੈਗਾ ਉਹ ਆ ਬਣ ਜਾਏਗਾ, और ਜਿਹੜਾ ਟੈਂਜੈਂਟ ਫੰਕਸ਼ਨ ਹੈ ਉਹ y = ਟੈਂਜੈਂਟ ਇਨਵਰਸ ਆਫ x ਬਣੇਗਾ। ਹੁਣ ਇਹਦੇ ਕੀ ਫੀਚਰ ਬਣਦੇ ਨੇ ਆਪਣੇ ਕੋਲ, ਦੇਖੋ ਇਹਦੀ ਜਿਹੜੀ ਜਦੋਂ ਟੈਂਜੈਂਟ ਫੰਕਸ਼ਨ ਦੀ ਡੋਮੇਨ ਜਿਹੜੀ ਹੈਗੀ ਆ ਉਹ ਇਨਵਰਸ ਫੰਕਸ਼ਨ ਦੀ ਰੇਂਜ ਬਣ ਜਾਏਗੀ, ਔਰ ਇਹਦੀ ਜਿਹੜੀ ਰੇਂਜ ਹੈ ਉਹ ਡੋਮੇਨ ਹੋ ਜਾਏਗੀ। ਐਂਡ one thing that is important to note here ਕਿ ਜਿਹੜਾ ਆਪਾਂ ਪਹਿਲੇ ਕਲੋਜ਼ਡ ਫੰਕਸ਼ਨ ਲੈਂਦੇ ਰਹੇ ਹਾਂ, ਉਹ ਟੈਂਜੈਂਟ ਇਨਵਰਸ ਦੇ ਕੇਸ ਦੇ ਵਿੱਚ ਜਿਹੜੀ ਇਹਦੀ ਰੇਂਜ ਹੈ ਉਹ ਓਪਨ ਇੰਟਰਵਲ ਹੋਏਗੀ। ਓਪਨ ਇੰਟਰਵਲ ਦਾ ਮਤਲਬ ਕੀ ਹੈ ਕਿ ਇਹਦੇ ਜਿਹੜੇ ਐਂਡਿੰਗ ਪੁਆਇੰਟਸ ਨੇ ਉਹ ਦੋਜ਼ ਆਰ ਨਾਟ ਇਨਕਲੂਡਡ, -π/2 and +π/2 are not included, but the points in between them are included। okay, ਤਾਂ ਜਿਵੇਂ ਇੱਥੇ ਵੀ ਤੁਹਾਨੂੰ ਮੈਂ ਓਪਨ ਇੰਟਰਵਲ ਦਿਖਾਇਆ ਟੈਂਜੈਂਟ ਫੰਕਸ਼ਨ ਦੇ ਵਿੱਚ, ਡੋਮੇਨ ਦੀ ਰੇਂਜ ਬਣ ਗਈ ਹੈ। so domain is R and range could be any of the intervals -3π/2, -π/2, -π/2 to +π/2, π/2 to 3π/2 and so on। लेकिन ਉਹਨਾਂ ਵਿੱਚ ਜੇ ਅਗਰ ਆਪਾਂ ਆ ਇੰਟਰਵਲ ਲੈਨੇ ਆ ਤਾਂ ਟੈਂਜੈਂਟ ਇਨਵਰਸ ਦੀ ਜਿਹੜੀ ਵੈਲਿਊ ਹੋਏਗੀ ਉਹਨੂੰ ਆਪਾਂ ਪ੍ਰਿੰਸੀਪਲ ਵੈਲਿਊ ਕਹਾਂਗੇ, -π/2 ਤੇ +π/2 ਦੇ ਵਿੱਚ। ਓਕੇ, ਪ੍ਰੋਪਰਟੀਜ਼ ਕੀ ਨੇ ਇਹਦੀਆਂ, ਡੋਮੇਨ ਕਿੰਨੀ ਹੈ R, और रेंज की है ओपन इंटरवल -π/2 to +π/2। टेंजेंट इनवर्स इज 1 1 and 2। ओके, ये अंडरस्टूड है क्योंकि ਆਪਾਂ ਉਹਦੀ ਜਿਹੜੀ ਰੇਂਜ ਹੈ ਉਹ ਆਪਾਂ ਰਿਸਟ੍ਰਿਕਟ ਕਰ ਦਿੱਤੀ ਹੈ। ਪਹਿਲੇ ਕੀ ਸੀਗੀ, ਪਹਿਲੇ ਆ ਜਿਹੜੀ ਟੈਂਜੈਂਟ ਦੀ ਡੋਮੇਨ ਸੀ ਉਹ ਇਹਦੀ ਰੇਂਜ ਹੋਣੀ ਚਾਹੀਦੀ ਸੀ, ਬਟ ਐਸ ਡੋਮੇਨ ਦੇ ਵਿੱਚ ਟੈਂਜੈਂਟ ਫੰਕਸ਼ਨ ਦਾ ਗ੍ਰਾਫ 1 1 on 2 ਨਹੀਂ ਹੈ।
लेकिन जो आप रिस्ट्रिक्ट कर दिता उन्होंने किहदे विच -π/2 ते +π/2 दे विच कर दिता आ चीज़ -π/2 ते +π/2 दे विच ਤਾਂ ਆ ਗ੍ਰਾਫ ਜਿਹੜਾ ਹੈਗਾ ਹੁਣ ਜਿਹੜਾ ਬਣੇਗਾ ਸਿਰਫ ਇਹਦੇ ਵਿੱਚ that will be 1 1 and on to tangent of tangent inverse here we are taking the x from the domain, okay, or tangent inverse of tangent x here we are taking the x from any domain -π/2 to +π/2 open interval. So principal value of tangent inverse of x for all x belongs to R, there is a unique y belongs to this open interval such that y is equal to tangent inverse of x is called the principal value of tangent inverse of x. और ग्राफ तो मैं दस ही देता है कि यार टेंजेंट x का है और एक टेंजेंट इनवर्स का है एदी मिरर इमेज आ है एदी मिरर इमेज आ है यानी कि जिथे डोमेन सेट सीगा वो रेंज हो गया और जो रेंज सीगा वो डोमेन सेट हो गया तो उत्थे अपने को इनवर्स टेंजेंट फंक्शन आ गया. Let's start with our fourth inverse function, that is inverse cotangent function. See how it works और इसके क्या features ने की properties ने. Okay, inverse cotangent function, it is denoted by cot inverse of x. We can read it like this: cotangent inverse x, and it is defined by cot inverse of whose domain is set of real numbers and range is restricted in the open interval from 0 to pi. Okay, एक गल आप ध्यान रखनी है, that is domain is set of real number and range could be any of the intervals. A intervals भी any range हो सकते हैं. सिर्फ इतना ही नहीं है, -π to 0, 0 to pi, pi to 2pi, 2pi to 3pi and so on. ये सारे range functions हो सकते हैं, range set हो सकते हैं. लेकिन ਆਪਾਂ 0 to pi ਦੇ ਵਿੱਚ ਅਗਰ ਇਹਦੀ ਰੇਂਜ ਲਵਾਂਗੇ ਤਾਂ ਉਹ ਕੋਟ ਇਨਵਰਸ x ਦੀ ਜਿਹੜੀ ਵੈਲਿਊ ਹੈ ਉਹਨੂੰ ਆਪਾਂ ਪ੍ਰਿੰਸੀਪਲ ਵੈਲਿਊ ਕਹਾਂਗੇ ਅਗਰ ਉਹਦੀ ਰੇਂਜ ਸੈਟ ਜਿਹੜਾ ਹੈ ਉਹ 0 to pi ਦੇ ਵਿੱਚ ਹੋਵੇਗਾ ਤਾਂ ਪ੍ਰੋਪਰਟੀਜ਼ ਕੀ ਬਣ ਰਹੀਆਂ ਇਹਦੀ ਡੋਮੇਨ ਕੀ ਹੈ ਸੈਟ ਆਫ ਰੀਅਲ ਨੰਬਰਸ ਰੇਂਜ ਕੀ ਹੈ ਵੀ ਆਰ ਰੈਸਟ੍ਰਿਕਟਡ ਫਰਮ 0 to pi ਕੋਟ ਇਨਵਰਸ ਆਫ x ਐਸ ਰੇਂਜ ਸੈਟ ਦੇ ਵਿੱਚ ਐਸ ਓਪਨ ਇੰਟਰਵਲ ਦੇ ਵਿੱਚ ਉਹ 1 1 ਐਂਡ on to ਹੋਏਗਾ. Third point is if we are taking cot of cot inverse of x. So here x will assume the values from the domain set, and domain set is a set of real numbers. X belongs to set of real numbers. And if we are taking cot inverse of cot x, then x will assume the values from 0 to pi because simple cot x has the domain from 0 to pi and range is set of real numbers. See, in our +1 class, if we are taking the cot x function whose domain is set of real numbers minus all integral multiples of pi, the integral multiples of pi ਜਿਹੜਾ ਹੈ ਉਹ r ਵਿੱਚੋਂ ਮਾਈਨਸ ਕਰਕੇ ਇਹਦੀ ਡੋਮੇਨ ਬਣਦੀ ਹੈ +1 ਕਲਾਸ ਦੇ ਵਿੱਚ ਸਿੰਪਲ cot x function and range set is set of real numbers. ਤਾਂ ਇਹਨੂੰ ਅਗਰ ਆਪਾਂ ਰਿਸਟ੍ਰਿਕਟ ਕਰ ਦਿੰਦੇ ਆ ਆਫਟਰ ਰਿਸਟ੍ਰਿਕਸ਼ਨ the cot x function will become from 0 to pi, that will be its domain and range is the range set. Okay, ਤਾਂ ਹੁਣ ਆਪਾਂ ਕਿਉਂਕਿ ਇਹਦੀ ਮਿਰਰ ਇਮੇਜ ਲੈ ਰਹੇ ਹਾਂ ਤਾਂ ਜੋ ਇਹਦਾ ਰੇਂਜ ਹੈ ਉਹ ਇੱਥੇ ਡੋਮੇਨ ਬਣ ਜਾਏਗੀ cot ਇਨਵਰਸ ਦੇ ਵਿੱਚ ਔਰ ਜੋ ਇਹਦੀ ਡੋਮੇਨ ਹੈ ਉਹ ਇਹਦੀ ਰੇਂਜ ਬਣ ਜਾਏਗੀ. that we have the cot inverse x function. Okay, ਪ੍ਰਿੰਸੀਪਲ ਵੈਲਿਊ ਤੁਹਾਨੂੰ ਮੈਂ ਦੱਸ ਹੀ ਦਿੱਤੀ ਹੈ. For all x belongs to the domain set, there exists a unique y belongs to the restricted range such that y is equal to cot inverse of x, and this value of y is called the principal value of cot inverse of x in this range 0 to pi. Okay, ये गल आप ध्यान रखनी है. Let's see their graph. ਕੋਟ ਇਨਵਰਸ ਆਫ x ਦਾ ਅਗਰ ਆਪਾਂ ਗ੍ਰਾਫ ਦੇਖਦੇ ਹਾਂ ਕਿਉਂਕਿ ਆਪਾਂ ਉਹਨੂੰ ਰੈਸਟ੍ਰਿਕਟ ਕੀਤਾ ਹੋਇਆ ਹੈ 0 to pi ਦੇ ਵਿੱਚ ਤਾਂ ਉਹਦਾ ਗ੍ਰਾਫ ਜਿਹੜਾ ਆਏਗਾ that will be the mirror image of our original cot x graph. cot x graph ਦਾ ਕੀ ਹੈ ਇਹਦੇ ਵਿੱਚ ਗ੍ਰਾਫ ਕਿਉਂਕਿ ਡੋਮੇਨ 0 to pi ਹੈ ਔਰ ਰੇਂਜ ਹੈ ਸੈਟ ਆਫ ਰੀਅਲ ਨੰਬਰਸ ਤਾਂ 0 to pi ਦੇ ਵਿੱਚ ਆਪਾਂ ਐਲੀਮੈਂਟਸ ਨੂੰ ਲੈਣਾ ਹੈ. ਆ ਹੈ ਆਪਣੇ ਕੋਲ 0 ਔਰ ਆ ਹੈ pi. ਇਹਦੇ ਵਿੱਚ ਜਿਹੜਾ ਗ੍ਰਾਫ ਬਣੇਗਾ if we are taking the values from this domain and putting in the cot x in place of x, then we have this type of graph. ਆ ਜਿਹੜਾ ਮਿਡਲ ਵਾਲੀ ਜਿਹੜੀ ਕਰਵ ਤੁਹਾਨੂੰ ਦਿਖਾ ਰਹੀ ਹੈ ਇਹੀ cot x ਦੀ original curve ਹੈ.
ਤਾਂ ਹੁਣ ਅਗਰ ਆਪਾਂ ਇਹਦੀ ਮਿਰਰ ਇਮੇਜ ਲੈ ਲੈਂਦੇ ਆ then we will get the graph of cot inverse of x and that will take it as from 0 to pi। ਦੇਖੋ ਇੱਥੇ 0 to pi x axis ਪਾਸੇ ਸੀਗਾ, ਹੁਣ 0 to pi ਜਿਹੜਾ ਹੈ x axis ਨੂੰ ਆਪਾਂ y ਮੰਨ ਲਿਆ ਔਰ y ਨੂੰ ਜਿਹੜਾ ਹੈਗਾ ਉਹ x axis ਲੈ ਰਹੇ ਆ। ਤਾਂ 0 to pi ਦੇ ਵਿੱਚ ਇਹਦੀ ਜਿਹੜੀ ਗ੍ਰਾਫ ਆਏਗਾ, ਇਹਦੀ ਜਿਹੜੀ ਕਰਵ ਆਏਗੀ that will be like this। okay, it is only touching the or intersecting the y axis at pi by 2 point, 0 pi by 2 point। okay, that means at pi by 2 the value of cot inverse of x is 0। ਜਾਂ ਐਸ ਕਹਿ ਸਕਦੇ ਆ cot inverse of x ਦੀ ਜਗ੍ਹਾ ਅਗਰ ਆਪਾਂ 0 ਪੁੱਟ ਕਰਦੇ ਆ ਤਾਂ ਜਿਹੜੀ ਵੈਲਿਊ ਆਏਗੀ cot inverse ਦੀ that is pi by 2। okay, cot pi by 2 is 0 और cot inverse 0 is pi by 2। ਇਹ ਗੱਲ ਤੁਹਾਨੂੰ ਯਾਦ ਰੱਖਣੀ ਹੈ from our +1 class। मैं ਤੁਹਾਨੂੰ ਦੁਬਾਰਾ ਰਿਕਮੈਂਡ ਕਰਾਂਗਾ ਕਿ ਇਹ ਫੰਕਸ਼ਨਸ ਨੂੰ ਤੁਸੀਂ ਅੱਛੀ ਤਰ੍ਹਾਂ ਅਗਰ ਸਮਝ ਚਾਹਨੇ ਹੋ ਤਾਂ ਤੁਹਾਨੂੰ ਮੇਰਾ +1 ਦਾ ਜਿਹੜਾ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਦਾ ਜਿਹੜਾ ਚੈਪਟਰ ਹੈ ਉਹਦਾ ਵੀਡੀਓ ਤੁਹਾਨੂੰ ਬਹੁਤ ਧਿਆਨ ਨਾਲ ਦੇਖਣਾ ਚਾਹੀਦਾ ਹੈ ਔਰ ਉਹਨੂੰ ਸਮਝਣਾ ਚਾਹੀਦਾ ਹੈ। okay, let's start with our fifth inverse trigonometric function, that is secant inverse of x, inverse secant function, and it is denoted by secant inverse of x। read ਕਿਵੇਂ ਕਰਾਂਗੇ secant inverse of x and it is defined by secant inverse whose domain is set of real numbers minus open intervals from -1 to 1। ਯਾਨੀ ਕਿ -1 to 1 included ਨਹੀਂ ਹੈਗੇ ਇਹਦੇ ਵਿੱਚ ਔਰ ਉਹਨਾਂ ਦੇ ਵਿੱਚ ਜਿਹੜੇ ਰੀਅਲ ਨੰਬਰਸ ਨੇ ਉਹ ਰੀਅਲ ਨੰਬਰ ਦੇ ਸੈੱਟ ਦੇ ਵਿੱਚੋਂ ਆਪਾਂ ਮਾਈਨਸ ਕਰ ਦਿੱਤੇ। that is the domain and we are restricting that domain। okay, and range is 0 to pi, ਇੱਕ closed interval ਉਹਦੇ ਵਿੱਚੋਂ ਆਪਾਂ ਇੱਕ ਸੈੱਟ ਮਾਈਨਸ ਕੀਤਾ ਹੈ ਜਿਹਦਾ ਕੇਵਲ ਇੱਕ ਐਲੀਮੈਂਟ ਹੈ that is pi by 2। ਯਾਨੀ ਕਿ ਇਸ ਇੰਟਰਵਲ ਦੇ ਵਿੱਚ ਆਪਾਂ pi by 2 ਨਹੀਂ ਲਵਾਂਗੇ। that is domain is this set of real numbers minus this open interval and range could be any of these values। -pi to 0 ਵਿੱਚੋਂ ਫਿਰ ਉਹ pi by 2 ਦਾ ਇੱਕ ਸੈਟ ਆਪਾਂ ਮਾਈਨਸ ਕਰ ਦਿੱਤਾ। 0 to pi ਦੇ ਵਿੱਚੋਂ ਵੀ pi to 2 pi ਦੇ ਵਿੱਚੋਂ ਵੀ ਆਪਾਂ ਜਿਹੜਾ ਹੈਗਾ pi by 2 ਤੇ 3 pi by 2 ਜਿਹੜਾ ਹੈਗਾ ਉਹ ਆਪਾਂ ਮਾਈਨਸ ਕਰ ਦਿੱਤਾ। ਲੇਕਿਨ ਜਿਹੜਾ secant inverse function ਜਿਹੜਾ ਹੈ ਜੋ ਇਸ ਬ੍ਰਾਂਚ ਦੇ ਨਾਲ ਡੀਲ ਕਰੇਗਾ ਉਹ ਹੋਏਗਾ ਪ੍ਰਿੰਸੀਪਲ ਵੈਲਿਊ ਬ੍ਰਾਂਚ ਆਫ secant ਇਨਵਰਸ ਆਫ x। ਤਾਂ ਪ੍ਰਿੰਸੀਪਲ ਵੈਲਿਊ ਬ੍ਰਾਂਚ ਕੀ ਬਣਦੀ ਹੈ ਜਿਹਦੇ ਵਿੱਚ ਰੇਂਜ ਡੋਮੇਨ ਕਿਹੜਾ ਹੋਏਗਾ ਸੈਟ ਆਫ ਰੀਅਲ ਨੰਬਰਸ ਵਿੱਚੋਂ -1 ਔਰ 1 ਦਾ ਓਪਨ ਇੰਟਰਵਲ ਮਾਈਨਸ ਕੀਤਾ ਔਰ ਰੇਂਜ ਆ ਬਣੇਗੀ 0 to pi ਦੇ ਵਿੱਚੋਂ pi by 2 ਦਾ ਇੱਕ ਐਲੀਮੈਂਟ ਆਪਾਂ ਮਾਈਨਸ ਕੀਤਾ ਹੈ, ਇੱਕ ਸੈਟ ਮਾਈਨਸ ਕੀਤਾ ਹੈ ਔਰ ਇਸ ਵੈਲਿਊ y ਦੀ ਇਸ ਵੈਲਿਊ ਦੇ ਲਈ ਆਪਾਂ ਇਹਨੂੰ ਕਹਾਂਗੇ ਪ੍ਰਿੰਸੀਪਲ ਵੈਲਿਊ ਬ੍ਰਾਂਚ ਆਫ secant ਇਨਵਰਸ ਆਫ x। ਫੀਚਰਸ ਕੀ ਬਣਦੇ ਨੇ, ਪ੍ਰੋਪਰਟੀਜ਼ ਕੀ ਬਣਦੀਆਂ ਨੇ, ਡੋਮੇਨ ਐਂਡ ਰੇਂਜ ਬਾਰੇ ਤੁਹਾਨੂੰ ਮੈਂ ਦੱਸਤਾ। secant ਇਨਵਰਸ 1 1 on 2 ਹੋ ਜਾਏਗਾ ਜਿਹੜੀ ਆਪਾਂ ਇਹਦੇ ਵਿੱਚ ਡੋਮੇਨ ਤੇ ਰੇਂਜ ਨੂੰ ਆਪਾਂ ਰੈਸਟ੍ਰਿਕਟ ਕੀਤਾ ਹੈ। secant of secant inverse of x is x for all x belongs to the domain of secant inverse and secant inverse of secant x is x for all x belongs to our original secant x। ਹੁਣ original secant x ਯਾਨੀ ਕਿ ਜਿਹੜਾ ਇਨਵਰਸ ਨਹੀਂ ਸੀਗਾ ਜੋ secant x ਸਿੰਪਲ ਫੰਕਸ਼ਨ ਹੈ ਉਹਦੀ ਰੈਸਟ੍ਰਿਕਸ਼ਨ ਤੋਂ ਪਹਿਲਾਂ ਆਪਾਂ ਨੂੰ ਪਤਾ ਹੀ ਹੈ ਕਿ ਡੋਮੇਨ ਕੀ ਹੈ। ਡੋਮੇਨ ਹੈ ਸੈਟ ਆਫ ਰੀਅਲ ਨੰਬਰਸ ਵਿੱਚੋਂ odd multiples of all integral odd multiples of pi by 2 ਜਿਹੜਾ ਹੈਗਾ ਆਪਾਂ ਉਹ ਮਾਈਨਸ ਕਰਨੇ ਹੈ ਔਰ ਰੇਂਜ ਕੀ ਬਣ ਰਹੀ ਹੈ ਦੀ ਸੈਟ ਆਫ ਰੀਅਲ ਨੰਬਰਸ ਵਿੱਚੋਂ this open interval ਜਿਹੜਾ ਹੈ ਉਹਦੇ ਐਲੀਮੈਂਟਸ ਆਪਾਂ ਮਾਈਨਸ ਕਰਨੇ ਹੈ। after restriction we are restricting the domain। ਆ ਸਾਰੀ ਡੋਮੇਨ ਦੀ ਬਜਾਏ ਆਪਾਂ ਰੈਸਟ੍ਰਿਕਟ ਕਰ ਰਹੇ ਹਾਂ ਕਿ ਆਪਾਂ ਇਹਦੇ ਡੋਮੇਨ ਦੇ ਜਿਹੜੇ ਐਲੀਮੈਂਟਸ ਲਵਾਂਗੇ ਉਹ ਇਸ ਇੰਟਰਵਲ ਵਿੱਚੋਂ ਲਵਾਂਗੇ 0 pi ਦੇ ਵਿੱਚ। 0 pi ਇਨਕਲੂਡਡ ਹੈ ਕਿਉਂਕਿ ਕਲੋਜ਼ਡ ਇੰਟਰਵਲ ਹੈ ਔਰ ਉਹਦੇ ਵਿੱਚੋਂ ਆਪਾਂ pi by 2 ਜਿਹੜਾ ਐਲੀਮੈਂਟ ਹੈ ਉਹ ਨਹੀਂ ਲਵਾਂਗੇ ਰਾਈਟ। ਔਰ ਰੇਂਜ ਕੀ ਬਣ ਰਹੀ ਹੈ, ਰੇਂਜ ਹੋ ਗਈ ਹੈ ਆਪਣੀ। ਹੁਣ ਇਹਨੂੰ ਜੇ ਆਪਾਂ ਇਨਵਰਸ ਕਰ ਦਿੰਨੇ ਆ ਯਾਨੀ ਕਿ ਜਿਹੜੀ ਰੇਂਜ ਹੈ ਉਹ ਡੋਮੇਨ ਹੋ ਗਈ, ਜਿਹੜੀ ਡੋਮੇਨ ਸੀ ਉਹ ਰੇਂਜ ਹੋ ਗਈ ਤਾਂ that function will become now secant inverse of x। ਓਕੇ, ਹੁਣ ਗ੍ਰਾਫ ਅਗਰ ਦੇਖਿਆ ਜਾਵੇ ਤਾਂ ਵਿਦਆਊਟ ਰੈਸਟ੍ਰਿਕਸ਼ਨ ਜਿਹੜਾ ਗ੍ਰਾਫ ਬਣਦਾ ਹੈ ਵੈਲਿਊਜ਼ ਕਿੱਥੋਂ ਲੈਣੀਆਂ ਨੇ ਸੈਟ ਆਫ ਰੀਅਲ ਨੰਬਰਸ ਵਿੱਚੋਂ, ਲੇਕਿਨ odd multiples of pi by 2 ਆਪਾਂ ਨਹੀਂ ਲੈਣੇ
ਤਾਂ ਗ੍ਰਾਫ ਜਦੋਂ ਬਣਾਵਾਂਗੇ ਤਾਂ ਇਸ ਤਰ੍ਹਾਂ ਦਾ ਗ੍ਰਾਫ ਆਪਣੇ ਕੋਲ ਬਣੇਗਾ, ਰਾਈਟ। ਔਰ ਜਦੋਂ ਆਪਾਂ ਇਹਨੂੰ ਇਨਵਰਸ ਫੰਕਸ਼ਨ ਜਦੋਂ ਆਪਾਂ ਲੈ ਲਾਂਗੇ y ਔਰ x ਦੀ ਮਿਰਰ ਇਮੇਜ ਲੈ ਲਵਾਂਗੇ ਤਾਂ ਆਪਣੇ ਕੋਲ, ਔਰ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਰਿਸਟ੍ਰਿਕਸ਼ਨ ਤੋਂ ਬਾਅਦ ਕੀ ਬਣ ਰਿਹਾ ਹੈ ਕਿ ਆਪਾਂ 0 ਔਰ ਪਾਈ ਦੇ ਵਿੱਚੋਂ π/2 ਮਾਈਨਸ ਕਰ ਰਹੇ ਹਾਂ, ਔਰ ਉਹਦੀ ਮਿਰਰ ਇਮੇਜ ਅਗਰ ਆਪਾਂ ਲੈ ਰਹੇ ਹਾਂ ਤਾਂ ਆਪਣੇ ਕੋਲ ਜਿਹੜਾ ਦੇਖੋ ਮੈਂ ਜਿਹੜਾ ਡਾਰਕ ਸ਼ੇਡ ਕੀਤੀ ਹੋਈ ਹੈ ਕਰਵ ਦੀ, ਸਿਰਫ ਆਪਣੇ ਕੋਲ ਉਹੀ ਗ੍ਰਾਫ ਬਣੇਗਾ ਅੰਡਰ ਦਿਸ ਰੈਸਟ੍ਰਿਕਸ਼ਨ ਆਫ secant ਇਨਵਰਸ ਆਫ x ਫੰਕਸ਼ਨ। ਔਰ ਜਿਹੜਾ ਡੋਟਡ ਪੋਰਸ਼ਨ ਹੈ ਉਹ ਉਹਦੀ ਹੈਗੀ ਤਾਂ ਉਹ ਮਿਰਰ ਇਮੇਜ ਹੈ, ਲੇਕਿਨ ਉਹ ਇਸ ਵਾਰੀ ਡੋਟਡ ਪੋਰਸ਼ਨ ਜਿਹੜਾ ਹੈ ਉਹ ਇਨਕਲੂਡ ਨਹੀਂ ਹੋਏਗਾ ਨਾ ਇਹਦਾ ਹਾਫ ਪੋਰਸ਼ਨ ਨਾ ਇਹਦਾ ਹਾਫ ਪੋਰਸ਼ਨ, ਬਸ ਆ ਤੇ ਆ ਇਹਦਾ ਜਿਹੜਾ ਹੈਗਾ ਇਹ ਇਹਦੇ secant ਇਨਵਰਸ ਆਫ x ਦੇ ਗ੍ਰਾਫ ਬਣਨਗੇ ਆਪਣੇ ਕੋਲ। ਓਕੇ, ਇਹਨੂੰ ਰਿਵਾਈਜ਼ ਕਰੋ, ਸਮਝੋ, ਦੁਬਾਰਾ ਰਿਵਾਈਜ਼ ਕਰੋ ਤਾਂ ਤੁਹਾਨੂੰ ਇੱਕ ਦੋ ਵਾਰੀ ਕਰਨ ਤੋਂ ਬਾਅਦ ਜਿਹੜਾ ਹੈ ਇਹਦਾ ਕੁਝ ਸਮਝ ਵੀ ਆਏਗਾ ਔਰ ਤੁਹਾਨੂੰ ਇਹ याद भी हो जाएगा और ਤੁਹਾਨੂੰ ਆਪਣੇ ਆਪ ਬਣਾਉਣਾ ਵੀ ਆ ਜਾਏਗਾ। ओके, नाउ लेट्स मूव टुवर्ड्स आवर 6th inverse trigonometric ratio, that is our cosecant inverse of x। नाम तो पता लग रहा है cosecant inverse of x, it is denoted by cosecant inverse x and defined by cosecant inverse of x having domain is, domain देखो previous जो ਆਪਾਂ ਫੰਕਸ਼ਨ ਕੀਤਾ ਸੀਗਾ ਉਹਦੀ ਬਿਲਕੁਲ ਸੇਮ ਡੋਮੇਨ ਹੈ ਇੱਥੇ, ਔਰ ਰੇਂਜ ਜਿਹੜੀ ਹੈਗੀ ਹੈ ਉਹ -π/2 to π/2 ਕਲੋਜ਼ਡ ਇੰਟਰਵਲ ਵਿੱਚੋਂ ਇੱਕ ਜ਼ੀਰੋ ਸੈਟ ਐਲੀਮੈਂਟ ਜਿਹੜਾ ਹੈਗਾ, ਯਾਨੀ ਕਿ ਐਜਾ ਸੈਟ ਜਿਹਦਾ ਐਲੀਮੈਂਟ ਜ਼ੀਰੋ ਹੋਵੇ ਉਹ ਆਪਾਂ ਮਾਈਨਸ ਕਰਤਾ ਇਹਦੇ ਵਿੱਚੋਂ। ਡੋਮੇਨ ਇਜ਼ ਦਿਸ, ਰੇਂਜ ਕੁਡ ਬੀ ਐਨੀ ਆਫ ਦਾ ਇੰਟਰਵਲਸ, ਇਹਨਾਂ ਇੰਟਰਵਲ ਵਿੱਚੋਂ ਕੋਈ ਵੀ ਜਿਹੜੀ ਰੇਂਜ ਹੈ ਉਹ ਹੋ ਸਕਦੀ ਹੈ, ਲੇਕਿਨ ਆਪਾਂ ਆ ਰੇਂਜ ਲੈ ਰਹੇ ਹਾਂ ਕਿਉਂਕਿ ਐਸ ਬ੍ਰਾਂਚ ਜਿਹੜੀ ਕੋਸੀਕੈਂਟ ਇਨਵਰਸ ਆਫ x ਜਿਹੜਾ ਹੈਗਾ ਜਿਹਦੀ ਰੇਂਜ ਆ ਵਾਲੀ ਰੇਂਜ ਹੋਏਗੀ ਉਹਨੂੰ ਆਪਾਂ ਪ੍ਰਿੰਸੀਪਲ ਵੈਲਿਊ ਬ੍ਰਾਂਚ ਕਹਾਂਗੇ ਕੋਸੀਕੈਂਟ ਇਨਵਰਸ ਦੀ। ਤਾਂ ਕਿਉਂਕਿ ਹੁਣ ਆਪਣੇ ਆਉਣ ਵਾਲੇ ਕੁਐਸਚਨ ਦੇ ਵਿੱਚ ਜਦੋਂ ਆਪਾਂ ਹੁਣ ਇਹਦੀ ਡਿਫਿਕਲਟੀਜ਼ ਕਰਾਂਗੇ, ਕੁਐਸਚਨਸ ਕਰਾਂਗੇ ਤਾਂ ਇਹਦੀਆਂ ਪ੍ਰਿੰਸੀਪਲ ਵੈਲਿਊਜ਼ ਹੀ ਆਪਾਂ ਕੰਸੀਡਰ ਕਰਾਂਗੇ, ਇਸ ਕਰਕੇ ਮੈਂ ਤੁਹਾਨੂੰ ਇਹਦੇ ਉੱਪਰ ਜਿਹੜਾ ਸਟ੍ਰੈਸ ਕਰ ਰਿਹਾ। ਪ੍ਰੋਪਰਟੀਜ਼ ਕੀ ਨੇ ਇਹਦੀਆਂ? ਡੋਮੇਨ ਇਜ਼ ਅਗੇਨ ਵਾਂਸ ਅਗੇਨ ਦਿਸ ਐਂਡ ਰੇਂਜ ਇਜ਼ ਦਿਸ। ਰੇਂਜ ਵਿੱਚੋਂ ਆਪਾਂ ਜਿਹੜਾ ਹੈਗਾ ਇੱਕ ਸੈਟ ਮਾਈਨਸ ਕਰ ਰਹੇ ਹਾਂ ਜਿਹਦਾ ਐਲੀਮੈਂਟ 0 ਹੈ। ਕੋਸੀਕੈਂਟ ਇਨਵਰਸ ਅਗਰ ਆਪਾਂ ਇਸ ਰੈਸਟ੍ਰਿਕਸ਼ਨ ਦੇ ਵਿੱਚ ਜਿਹੜੀ ਆਪਾਂ ਰੈਸਟ੍ਰਿਕਟ ਕੀਤੀ ਹੈ ਰੇਂਜ, ਠੀਕ ਹੈ, ਉਹਦੇ ਵਿੱਚ 1 ਅਨਨੋਨ ਟੂ ਫੰਕਸ਼ਨ ਹੋਏਗਾ, ਯਾਨੀ ਕਿ ਬਾਈਸੈਕਸ਼ਨ ਫੰਕਸ਼ਨ ਹੋਏਗਾ। ਕੋਸੀਕੈਂਟ ਆਫ ਕੋਸੀਕੈਂਟ ਇਨਵਰਸ ਆਫ x, ਇਹਦੇ ਵਿੱਚ x ਜਿਹੜਾ ਹੈਗਾ ਇਹਦੀ ਡੋਮੇਨ ਵਿੱਚੋਂ ਵੈਲਿਊ ਕੰਸੀਡਰ ਕਰੇਗਾ। ਕੋਸੀਕੈਂਟ ਇਨਵਰਸ ਆਫ ਕੋਸੀਕੈਂਟ x ਇਜ਼ x, ਔਰ ਇਹਦੇ ਵਿੱਚ ਜਿਹੜਾ x ਹੈ ਉਹ -π/2 ਔਰ π/2 -0 ਸੈਟ ਦੇ ਵਿੱਚ ਇਹ ਵੈਲਿਊ ਕੰਸੀਡਰ ਲਏਗਾ, ਵੈਲਿਊਜ਼ ਲਵੇਗਾ। ਓਕੇ, ਪ੍ਰਿੰਸੀਪਲ ਵੈਲਿਊ ਤੁਹਾਨੂੰ ਦੱਸ ਦਿੱਤੀ ਹੈ ਮੈਂ। ਹੁਣ ਚੱਲਦੇ ਹਾਂ ਆਪਾਂ ਜਿਹੜਾ ਆਪਣੇ ਕੋਲ ਕੋਸੀਕੈਂਟ ਫੰਕਸ਼ਨ ਹੈ ਉਹ ਆਪਾਂ ਨੂੰ ਪਤਾ ਹੈ ਕਿ ਅਗਰ ਆਪਾਂ ਉਹਨੂੰ ਰੈਸਟ੍ਰਿਕਟ ਨਹੀਂ ਕਰਦੇ ਤਾਂ ਉਹਦੀ ਜਿਹੜੀ ਡੋਮੇਨ ਹੈ ਫਰੋਮ ਆਵਰ +1 ਕਲਾਸ, ਡੋਮੇਨ ਇਜ਼ ਸੈਟ ਆਫ ਰੀਅਲ ਨੰਬਰਸ ਮਾਈਨਸ ਇੰਟੀਗਰਲ ਮਲਟੀਪਲਸ ਆਫ ਪਾਈ, all integral multiples of pi। okay, और ਜਿਹੜੀ range set ਹੈ ਉਹ ਹੈ range minus open interval from -1 to 1। ਹੁਣ ਅਗਰ ਆਪਾਂ ਇਹਦੀ ਡੋਮੇਨ ਨੂੰ ਰੈਸਟ੍ਰਿਕਟ ਕਰ ਦਿੱਤੇ ਹਾਂ so that it becomes 1 and on to, ਤਾਂ ਇਹਦੀ ਡੋਮੇਨ ਜਿਹੜੀ ਹੋਏਗੀ -π/2 to π/2 -0, ਠੀਕ ਹੈ, ਐਜਾ ਸੈਟ ਜਿਹਦੇ 0 ਐਲੀਮੈਂਟ ਹੈ ਉਹ ਇਹਦੇ ਵਿੱਚ ਮਾਈਨਸ ਕਰ ਦਿੱਤਾ, ਤਾਂ ਆ ਜਿਹੜਾ ਕੋਸੀਕੈਂਟ ਫੰਕਸ਼ਨ ਹੈ ਉਹ ਫਿਰ 1 on to ਬਣ ਜਾਏਗਾ। ਹੁਣ ਟੋਟਲ ਕੋਸੀਕੈਂਟ ਫੰਕਸ਼ਨ ਜਿਹਦੇ ਵਿੱਚ origignal ਦੀ ਡੋਮੇਨ ਹੈਗੀ ਸੀ ਕਿ ਉਹਦਾ ਜੇ ਆਪਾਂ ਗ੍ਰਾਫ ਡਰਾ ਕਰਾਂਗੇ ਤਾਂ ਆਪਣੇ ਕੋਲ ਆ ਗ੍ਰਾਫ ਆਏਗਾ। ਓਕੇ, ਔਰ ਇਹਦੀ ਅਗਰ ਮਿਰਰ ਇਮੇਜ ਲੈਣੇ ਆ, ਯਾਨੀ ਕਿ ਇਨਵਰਸ ਫੰਕਸ਼ਨ ਦਾ ਅਗਰ ਆਪਾਂ ਗ੍ਰਾਫ ਲੈਣੇ ਆ ਤਾਂ ਉਹ ਆਪਾਂ ਨੂੰ ਪਤਾ ਹੀ ਹੈ ਕਿ ਇਹਦੀ ਡੋਮੇਨ ਜਿਹੜੀ ਹੈਗੀ ਹੈ ਆਪਾਂ ਆ ਰੈਸਟ੍ਰਿਕਟ ਕਰ ਦਿੱਤੀ ਹੈ, ਔਰ ਰੇਂਜ ਜਿਹੜੀ ਹੈਗੀ ਹੈ ਉਹ -π/2 to π/2, ਯਾਨੀ ਕਿ ਆ ਦੇਖੋ ਰੇਂਜ ਵਾਲੀ ਜਿਹੜਾ ਲਾਈਨ ਹੈ ਆਪਣੇ ਕੋਲ ਉਹਦੇ ਵਿੱਚ ਆਪਾਂ -π/2 ਤੋਂ ਲੈ ਕੇ +π/2 ਤੱਕ ਦੇ ਐਲੀਮੈਂਟਸ ਆਪਾਂ ਲੈਣੇ ਆ ਆਪਣੇ ਕੋਲ ਆਣਗੇ ਉਹ ਰੇਂਜ ਦੇ ਵਿੱਚ। ਤਾਂ ਦੇਖੋ ਇਹਦੀ ਰੇਂਜ ਜਿਹੜੀ ਬਣੇਗੀ ਉਹ -π/2 ਤੋਂ ਲੈ ਕੇ ਆ ਦੇਖੋ ਆ ਜਿਹੜਾ ਡਾਰਕ ਪੋਰਸ਼ਨ ਹੈ ਆਹੀ ਇਹਦੀ origignal ਕਰਵ ਹੈ, ਬਾਕੀ ਸ਼ੇਡਡ ਪੋਰਸ਼ਨ ਜਿਹੜਾ ਹੈਗਾ ਉਹ ਇਸ ਰੈਸਟ੍ਰਿਕਟਡ ਡੋਮੇਨ ਔਰ ਰੇਂਜ ਵਿੱਚ ਨਹੀਂ ਆਏਗਾ, ਔਰ -π/2 to π/2 ਜਿਹੜਾ ਹੈਗਾ ਇਹਦੇ ਰੇਂਜ ਸੈਟ ਦੇ ਐਲੀਮੈਂਟਸ ਆਪਣੇ ਕੋਲ ਆ ਜਾਣਗੇ। ਆ ਦੇਖੋ ਮੈਂ ਤੇ ਡਾਰਕ ਕੀਤਾ ਹੋਇਆ, ਤਾਂ ਡਾਰਕ ਕੀਤੀਆਂ ਹੋਈਆਂ ਹੀ ਇਹਦੀ ਕਰਵਸ ਬਣਨਗੀਆਂ, ਬਾਕੀ ਨਹੀਂ ਬਣਨਗੀਆਂ। ਓਕੇ, ਅਕੋਰਡਿੰਗ ਟੂ ਆਵਰ ਰੈਸਟ੍ਰਿਕਸ਼ਨਸ ਔਨ ਦਾ ਡੋਮੇਨ ਐਂਡ ਰੇਂਜ। ਤਾਂ ਆ ਆਪਣੇ ਕੋਲ ਕੋਸੀਕੈਂਟ ਇਨਵਰਸ ਦੀ ਡੈਫੀਨੇਸ਼ਨ ਸੀ। ਕੋਸੀਕੈਂਟ ਇਨਵਰਸ ਫੰਕਸ਼ਨ ਕੀ ਹੁੰਦਾ, ਉਹਦਾ ਗ੍ਰਾਫ ਕੀ ਹੁੰਦਾ ਹੈ। ਦੇਖੋ ਪਹਿਲੀ ਵਾਰ ਅਗਰ ਆਪਾਂ ਕੋਈ ਵੀ ਕੰਮ ਕਰਦੇ ਹਾਂ ਆਪਾਂ ਨੂੰ ਔਖਾ ਲੱਗਦਾ, ਰਾਈਟ, ਕਿਉਂਕਿ ਇਹ ਨਵਾਂ ਟੌਪਿਕ ਹੈ। +2 ਦੇ ਵਿੱਚ ਵੈਸੇ ਤੁਸੀਂ ਜਿਹੜੇ ਬੱਚੇ ਨੇ +1 ਦੇ ਵਿੱਚ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਕੀਤੇ ਹੋਏ ਨੇ
ਉਹਨੂੰ ਤਾਂ ਡੈਫੀਨਿਟਲੀ ਫੈਮੀਲੀਅਰ ਲੱਗੇਗਾ ਹੀ ਲੱਗੇਗਾ, ਲੇਕਿਨ ਕਿਉਂਕਿ ਇਨਵਰਸ ਟ੍ਰਿਗਨੋਮੈਟ੍ਰਿਕ ਫੰਕਸ਼ਨਸ ਹੈਗੇ ਨੇ, ਇਸ ਕਰਕੇ ਡੈਫੀਨਿਟਲੀ ਇਹ ਨਵਾਂ ਟੌਪਿਕ ਤਾਂ ਹੈਗਾ ਹੀ ਹੈਗਾ, ਹਨਾ। ਤਾਂ ਮੇਰਾ ਕਹਿਣ ਦਾ ਮਤਲਬ ਹੈ ਕੋਈ ਵੀ ਕੰਮ ਅਗਰ ਆਪਾਂ ਪਹਿਲੀ ਵਾਰ ਕਰਦੇ ਹਾਂ ਤਾਂ ਆਪਾਂ ਨੂੰ ਥੋੜਾ ਜਿਹਾ ਉਹਦੇ ਵਿੱਚ ਨਵਾਂਪਨ ਜਾਂ ਕੁਝ ਅਜੀਬ ਜਿਹਾ ਲੱਗਦਾ ਹੈ। ਅਗਰ ਸਾਈਕਲ ਚਲਾਣੀ ਵੀ ਸਿੱਖੋ ਤਾਂ ਪਹਿਲੀ ਵਾਰ ਤਾਂ ਉਹ ਲੱਗਦਾ ਹੈ ਕਿ ਕਿਤੇ ਯਾਰ ਡਿੱਗਣਾ ਚਾਹੀਏ, ਹਨਾ। ਤਾਂ ਜਿਵੇਂ ਤੁਹਾਨੂੰ ਪਹਿਲੇ ਵੀ ਕਿਹਾ ਸੀਗਾ ਕਿ ਆਪਣੇ ਮਾਈਂਡ ਨੂੰ ਟ੍ਰੇਨ ਕਰੋ ਬਾਈ ਪ੍ਰੈਕਟਿਸ ਕਰਦੇ ਰਹੋ, ਦੈਨ ਯੂ ਵਿਲ ਮੇਕ ਪਰਫੈਕਟ। ਓਕੇ, ਮੇਰਾ ਕਹਿਣ ਦਾ ਮਤਲਬ ਕੀ ਹੈ ਕਿ ਆ 6 ਦੇ 6 ਡੈਫੀਨੇਸ਼ਨ ਜੋ ਤੁਹਾਨੂੰ ਮੈਂ ਦਿੱਤੀਆਂ ਨੇ, ਬਿਫੋਰ moving towards the example, you have to practice these examples, practice these definitions, so that ਇਹਦੇ ਤੋਂ ਤੁਹਾਨੂੰ ਕਲੀਅਰ ਹੋ ਜਾਏ। ਦੇਖੋ ਇੱਕ ਵਾਰੀ ਕਰੋਗੇ, ਪੜੋ ਧਿਆਨ ਨਾਲ, ਇਹਦੇ ਪ੍ਰੋਪਰਟੀਜ਼ ਨੂੰ ਪੜੋ, ਸਾਰੇ ਦੀ ਸਾਰੀ ਜੋ ਮੈਂ ਤੁਹਾਨੂੰ 6 ਅਲੱਗ-ਅਲੱਗ ਕਰਕੇ ਦਿੱਤੀਆਂ ਨੇ, ਇੱਕ ਜ਼ਰੂਰ ਤੁਸੀਂ ਇੱਥੋਂ ਹੀ ਨੋਟਸ ਲਿਓ, ਕਿਉਂਕਿ NCERT ਦੇ ਬੁੱਕ ਦੇ ਵਿੱਚ ਜਿਹੜਾ ਹੈ ਤੁਹਾਨੂੰ ਇਸ ਤਰ੍ਹਾਂ ਨਾਲ ਮਤਲਬ ਪਾਰਟਿਕੂਲਰ ਔਰ ਸਪੈਸੀਫਾਈਡ ਨੋਟਸ ਦੇ ਦਿੱਤੇ ਹੋਏ ਹੈਗੇ, ਉਹਦੇ ਵਿੱਚ ਤੁਹਾਨੂੰ ਜ਼ਿਆਦਾ ਸਮਝ ਨਹੀਂ ਆ ਪਾਏਗਾ। ਤਾਂ ਇੱਥੋਂ ਅਗਰ ਤੁਸੀਂ ਸਮਝਦੇ ਹੋ ਤਾਂ ਇਹ ਤੁਹਾਨੂੰ ਥੋੜਾ ਜਿਹਾ ਹੋਰ ਜ਼ਿਆਦਾ ਤੁਹਾਨੂੰ ਈਜ਼ੀਲੀ ਪੈਣਗੇ। ਤਾਂ ਇੱਕ ਵਾਰੀ ਪੜੋ, ਪੜ੍ਹ ਕੇ ਧਿਆਨ ਦਿਓ, ਫਿਰ ਦੁਬਾਰਾ ਇਹਨੂੰ ਕਾਪੀ ਉੱਪਰ ਕਰੋ, ਫਿਰ ਦੂਜੀ ਵਾਰ, ਫਿਰ ਤੀਜੀ ਵਾਰ, ਫਿਰ ਚੌਥੀ ਵਾਰ, ਫਿਰ ਪੰਜਵੀਂ ਵਾਰ, ਔਰ ਐਗਜ਼ਾਮੀਨੇਸ਼ਨ ਜਦੋਂ ਤੱਕ ਆਉਂਦੇ ਨੇ ਤੁਹਾਡੇ, ਉਦੋਂ ਤੱਕ ਤਾਂ ਤੁਸੀਂ ਇਹਨੂੰ 5-6 ਵਾਰ ਕਰ ਲਓ, 6-7 ਵਾਰ ਕਰ ਲਓ, ਹਨਾ, ਫਸਟ ਟਰਮ ਐਗਜ਼ਾਮੀਨੇਸ਼ਨ ਦੇ ਵਿੱਚ ਔਰ ਫਾਈਨਲ ਐਗਜ਼ਾਮੀਨੇਸ਼ਨ ਤੱਕ। ਤਾਂ ਤੁਹਾਨੂੰ ਇਹ ਆਪਣੇ ਆਪ ਹੀ ਇਮੇਜਿਸ ਵੀ ਤੁਹਾਨੂੰ ਯਾਦ ਹੋ ਜਾਣਗੀਆਂ, ਕਿਹੜੀ ਇਮੇਜ ਜਿਹੜੀ ਬਣੇਗੀ, ਗ੍ਰਾਫ ਜਿਹੜਾ ਬਣੇਗਾ ਸਾਈਨ ਇਨਵਰਸ ਦਾ, ਕੋਸ ਇਨਵਰਸ ਦਾ, ਸੀਕੈਂਟ, ਕੋਸੀਕੈਂਟ, ਕੋਟੈਂਜੈਂਟ, ਟੈਂਜੈਂਟ ਇਨਵਰਸ, ਹੈ ਨਾ, ਇਹ ਤੁਹਾਨੂੰ ਗ੍ਰਾਫ ਆਪਣੇ ਆਪ ਆ ਜਾਣਗੇ। ਆਈ ਐਮ ਗਿਵਿੰਗ ਯੂ ਦਾ ਗਾਰੰਟੀ। ਸਾਨੂੰ ਕਿਉਂ ਆਉਂਦੇ ਨੇ? ਕਿਉਂਕਿ ਹਰ ਸਾਲ ਹਰ ਬੈਚ ਦੇ ਵਿੱਚ ਪਤਾ ਨਹੀਂ ਕਿੰਨੇ ਬੱਚਿਆਂ ਨੂੰ ਅਸੀਂ ਪੜ੍ਹਾ ਦਿੰਦੇ ਆ। ਤਾਂ ਉਹ ਦੇਖੋ, ਮਾਈਂਡ ਦਾ, ਤੁਹਾਡੇ ਮਾਈਂਡ ਔਰ ਟੀਚਰ ਦਾ ਮਾਈਂਡ ਡਿਫਰੈਂਟ ਨਹੀਂ ਹੁੰਦਾ ਹੈਗਾ। ਬਸ ਫਰਕ ਇੱਥੇ ਹੈ ਕਿ ਟੀਚਰ ਨੂੰ ਉਹ ਚੀਜ਼ਾਂ ਕਿਉਂ ਆਉਣ ਲੱਗ ਜਾਂਦੀਆਂ ਨੇ, ਕਿਉਂਕਿ ਉਹ ਇੱਕੋ ਹੀ ਟੌਪਿਕ ਨੂੰ ਬਾਰ-ਬਾਰ ਰਿਪੀਟੇਟਿਵ ਵੇਜ਼ ਦੇ ਵਿੱਚ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੀ ਵਾਰ ਉਸ ਟੌਪਿਕ ਨੂੰ ਪੜ੍ਹਾ ਦਿੰਦਾ ਹੈ, ਹਨਾ। ਹਰ ਸਾਲ ਉਹ ਹੀ ਟੌਪਿਕ ਨੂੰ ਪੜ੍ਹਾਈ ਜਾਂਦਾ, ਤਾਂ ਉਹਨੂੰ ਉਹ ਟੌਪਿਕ ਆ ਜਾਂਦੇ ਨੇ। ਸੇਮ ਆਈ ਐਮ ਗਿਵਿੰਗ ਦ ਸੀਕ੍ਰੇਟ ਆਫ ਮੈਥਮੈਟਿਕਸ, ਕਿ ਮੈਥਮੈਟਿਕਸ ਦਾ ਸੀਕ੍ਰੇਟ ਇਹੀ ਹੈ ਕਿ ਇੱਕ ਵਾਰ ਤੁਸੀਂ ਉਹਨੂੰ ਕਰੋ, ਫਿਰ ਦੂਜੀ ਵਾਰ, ਫਿਰ ਤੀਜੀ ਵਾਰ ਤੁਹਾਨੂੰ ਆ ਜਾਏਗਾ ਔਰ ਈਜ਼ੀ ਲੱਗੇਗਾ। ਤਾਂ ਆ ਜੋ ਟੌਪਿਕ ਮੈਂ ਅੱਜ ਤੁਹਾਨੂੰ ਡੈਫੀਨੇਸ਼ਨ ਦਿੱਤੀਆਂ ਨੇ, 6 ਡੈਫੀਨੇਸ਼ਨਸ, ਇਹ ਵੀ ਤੁਸੀਂ ਇਹਨੂੰ ਰਿਪੀਟ ਕਰੋ, ਪ੍ਰੈਕਟਿਸ ਕਰੋ, then it will make definitely familiar to you or very easy, it seems very easy to you. Okay, ਤਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਸਟਾਰਟ ਕਰਾਂਗੇ ਇਹਨਾਂ ਤੋਂ ਰਿਲੇਟਡ ਐਗਜ਼ਾਮਪਲਸ ਜਿਹੜੀਆਂ ਨੇ ਉਹ ਆਪਾਂ ਸਟਾਰਟ ਕਰਾਂਗੇ। ਔਰ ਅਗਰ ਤੁਸੀਂ ਉਦੋਂ ਤੱਕ, ਜਦੋਂ ਤੱਕ ਮੈਂ ਤੁਹਾਨੂੰ ਇਹਦਾ ਐਗਜ਼ਾਮਪਲਸ ਕਰਵਾਉਣਾ, ਉਦੋਂ ਤੱਕ ਤੁਸੀਂ ਇਹ ਡੈਫੀਨੇਸ਼ਨਸ ਅਗਰ ਕਰ ਲੈਂਦੇ ਹੋ ਤਾਂ ਤੁਹਾਨੂੰ ਜਿਹੜੀਆਂ ਐਗਜ਼ਾਮਪਲਸ ਨੇ ਉਹ ਬਹੁਤ ਜ਼ਿਆਦਾ ਈਜ਼ੀ ਫੀਲ ਹੋਣਗੀਆਂ। ਓਕੇ, ਸੀ ਯੂ।